ਸੋ ਅਸੀਂ ਉਹਨਾਂ ਨੂੰ ਡੈਫੀਨੇਟਲੀ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਜਿਹੜੀ ਸੇਵਿੰਗਸ ਐਜੂਕੇਸ਼ਨ ਵਾਸਤੇ ਸਟਾਰਟ ਕਰ ਰਹੇ ਹੋ ਉਹ ਜ਼ਰੂਰੀ ਹੈ, ਪਰ ਉਹਦੇ ਨਾਲ ਹੋਰ ਇੱਕ ਕੀ ਚੀਜ਼ ਜ਼ਰੂਰੀ ਹੈਗੀ ਕਿ ਤੁਸੀਂ ਬੱਚਿਆਂ ਦੇ ਆਪ ਦੇ ਅਕਾਊਂਟ ਖੋਲੋ, ਉਹਨਾਂ ਨੂੰ ਫਾਈਨੈਂਸ਼ੀਅਲੀ ਸਿਕਿਉਰ ਬਣਾਉਣਾ ਚਾਹੁੰਦੇ ਹਾਂ। ਪਰ ਇਸ ਸਰਵੇ ਵਿੱਚ ਇੱਕ ਚੀਜ਼ ਜਿਹੜੀ ਹੋਰ ਜੈਸਮੀਨ ਬਾਹਰ ਆਈ ਕਿ 60% ਜਿਹੜੇ ਪੇਰੈਂਟਸ ਸੀਗੇ ਉਹਨਾਂ ਨੇ ਇਹ ਵੀ ਸੋਚਿਆ ਕਿ ਇਹ ਵੀ ਦੱਸਿਆ ਹੈਗਾ ਕਿ ਜਿਹੜੀ ਗਲਤੀਆਂ ਉਹਨਾਂ ਨੇ ਆਪਣੇ ਬਚਪਨ 'ਚ ਕੀਤੀਆਂ ਉਹ ਆਪਣੇ ਬੱਚਿਆਂ ਤੋਂ ਨਹੀਂ ਕਰਾਉਣਾ ਚਾਹੁੰਦੇ। ਬੱਚਿਆਂ ਨੂੰ ਜੇ ਪਤਾ ਹੈਗਾ ਕਿ ਹਾਂਜੀ ਮੈਂ ਲੈਪਟਾਪ ਲੈਣਾ ਹੈਗਾ, ਉਹਦੀ ਕਿੰਨੀ ਕਾਸਟ ਹੈ ਉਹਨਾਂ ਨੂੰ ਪਤਾ ਲੱਗ ਜੂਗਾ, ਬਟ ਕੀ ਅਸੀਂ ਅਫੋਰਡ ਕਰ ਸਕਦੇ ਹਾਂ ਇਸ ਵੇਲੇ ਕਿ ਨਹੀਂ। ਹਰ ਘਰ ਦੇ ਵਿੱਚ ਇੱਕ ਰਿਵਾਜ਼ ਹੁੰਦਾ ਸੀ ਵੀ ਜਦੋਂ ਬੱਚਾ ਪੈਦਾ ਹੀ ਹੁੰਦਾ ਉਹਦਾ ਅਕਾਊਂਟ ਖੋਲ੍ਹ ਦਿੱਤਾ ਜਾਂਦਾ ਸੀ। ਹੋਰ ਨਹੀਂ ਕੁਝ ਤਾਂ ਮਹੀਨੇ ਦੇ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਵੀ ਪਾ ਦਿੱਤੇ ਜਾਂਦੇ। ਜਦੋਂ ਬੱਚਾ 16-18 ਸਾਲ ਦਾ ਹੁੰਦਾ ਇੱਕ ਵੱਡੀ ਚੰਗੀ ਤਗੜੀ ਅਮਾਊਂਟ ਜਿਹੜੀ ਹੈ ਉਹਦੇ ਅਕਾਊਂਟ ਦੇ ਵਿੱਚ ਹੁੰਦੀ ਸੀ। ਇੱਥੇ ਵੀ ਇੱਦਾਂ ਦਾ ਕੁਝ ਹੈਗਾ ਕਿ ਕੋਈ ਏਜ ਲਿਮਿਟ ਹੈ ਕਿ ਬੱਚਿਆਂ ਦਾ ਅਕਾਊਂਟ ਕਦੋਂ ਖੋਲ੍ਹਿਆ ਜਾ ਸਕਦਾ? ਪਰ ਆਈ ਥਿੰਕ ਬਜਟਿੰਗ ਤੇ ਸੇਵਿੰਗ ਦੇ ਨਾਲ ਉਹਨਾਂ ਦੀ ਜਿਹੜੀ ਵਾਂਟਸ ਤੇ ਨੀਡ, ਕੀ ਜ਼ਰੂਰਤਾਂ ਜ਼ਰੂਰੀ ਨੇ ਤੇ ਕੀ ਚਾਹ ਹੈਗੀਆਂ ਉਹਨਾਂ ਦੀਆਂ, ਉਹਨਾਂ ਬਾਰੇ ਉਹਨਾਂ ਨੂੰ ਸਮਝਾਉਣਾ, ਬਹਿ ਕੇ ਗੱਲ ਕਰਨੀ, ਓਨੈਸਟਲੀ ਉਹਨਾਂ ਨੂੰ ਐਗਜ਼ਾਮਪਲ ਸ਼ੇਅਰ ਕਰਨੇ ਬਹੁਤ ਜ਼ਰੂਰੀ ਹੈ। ਹਰ ਪੱਖ ਨੂੰ ਮਿਲਦੀ ਹੈ ਆਵਾਜ਼, ਹੁੰਦਾ ਹੈ ਰੋਸ਼ਨੀ ਦਾ ਸੋਨੀਆ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਜੈਸਮੀਨ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਬੁਲਾਉਣ ਵਾਸਤੇ। ਥੈਂਕ ਯੂ ਸੋਨੀਆ। ਆਪਾਂ ਜਿਹੜੇ TD ਬੈਂਕ ਨੇ ਜਿਹੜਾ ਸਰਵੇ ਕਰਵਾਇਆ ਹੈਗਾ, ਜਿਹਦੇ ਬਾਰੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਆਪਣੇ ਸਰੋਤਿਆਂ ਨੂੰ ਦਿੱਤੀ ਹੈ ਕਿ ਕੈਨੇਡੀਅਨ ਪੇਰੈਂਟਸ ਜਿਹੜੇ ਹੈਗੇ ਨੇ ਉਹ ਚਿੰਤਤ ਨੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ। ਸੋ ਇਹ ਸਰਵੇ ਜਿਹੜਾ ਕਰਾਇਆ ਗਿਆ ਇਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ ਜੀ। ਹਾਂਜੀ, ਇਹ TD ਨੇ ਸਰਵੇ ਜੂਨ ਵਿੱਚ ਕੀਤਾ ਸੀਗਾ ਇਸੇ ਸਾਲ, ਤੇ 1008 ਲੋਕਾਂ ਜਿਹੜੇ ਕੈਨੇਡੀਅਨ ਪੇਰੈਂਟਸ ਨੇ ਉਹਨਾਂ 'ਤੇ ਕੀਤਾ ਸੀਗਾ। ਉਹਨਾਂ ਸਾਰਿਆਂ ਦੇ ਬੱਚੇ 18 ਸਾਲ ਦੀ ਉਮਰ ਤੋਂ ਘੱਟ ਦੇ ਨੇ, ਤਾਂ ਕਰਕੇ ਅਸੀਂ ਇਹ ਸਰਵੇ ਉਹਨਾਂ ਦੇ ਕੰਪਲੀਟ ਕੀਤਾ ਜਾਣਨ ਵਾਸਤੇ ਕਿ ਉਹਨਾਂ ਦੇ ਮਨਾਂ ਵਿੱਚ ਕੀ ਚੱਲਦਾ ਪਿਆ ਹੈ ਆਪਣੇ ਬੱਚਿਆਂ ਦੇ, ਜਿਵੇਂ ਕਿ ਤੁਸੀਂ ਕਿਹਾ ਫਾਈਨੈਂਸ਼ੀਅਲ ਫਿਊਚਰ ਨੂੰ ਲੈ ਕੇ, ਚਾਹੇ ਉਹਨਾਂ ਦੀ ਐਜੂਕੇਸ਼ਨ ਹੈ, ਚਾਹੇ ਉਹਨਾਂ ਦਾ ਫਿਊਚਰ ਹੈਗਾ ਕਿ ਉਹ ਕੱਲ੍ਹ ਨੂੰ ਕੀ ਕੰਮ ਕਰਨਗੇ। ਸੋ ਇਸ ਸਰਵੇ ਵਿੱਚ ਕਾਫੀ ਚੀਜ਼ਾਂ ਜਿਵੇਂ ਕਿ ਤੁਸੀਂ ਦੱਸਿਆ ਸਾਹਮਣੇ ਆਈਆਂ ਨੇ। 58% ਜਿਵੇਂ ਕਿ ਤੁਸੀਂ ਕਿਹਾ ਕਿ ਲੋਕੀ ਫਾਈਨੈਂਸ਼ੀਅਲੀ ਆਪਣੇ ਬੱਚਿਆਂ ਦੇ ਫਿਊਚਰ ਬਾਰੇ ਬਹੁਤ ਚਿੰਤਤ ਨੇ, ਤੇ 89% ਇਹ ਵੀ ਮੰਨਦੇ ਨੇ ਕਿ ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਜੇ ਸਾਡੇ ਬੱਚਿਆਂ ਨੂੰ ਉਹਨਾਂ ਦੀ ਏਜ ਦੇ ਮੁਤਾਬਿਕ ਐਜੂਕੇਸ਼ਨ ਦਿੱਤੀ ਜਾਵੇ ਕਿ ਉਹ ਕੱਲ੍ਹ ਨੂੰ ਆਪਣਾ ਫਾਈਨੈਂਸ਼ੀਅਲ ਫਿਊਚਰ ਸਿਕਿਉਰ ਕਰ ਸਕਣ, ਤਾਂ ਕਿਸ ਟਾਈਪ ਦੇ ਟਿਪਸ ਦਿੱਤੇ ਜਾਣ ਤਾਂ ਕਿ ਉਹ ਸਟਰੋਂਗ ਫੀਲ ਕਰ ਸਕਣ। ਸੋਨੀਆ, ਜਿਹੜਾ ਇਹ ਹੁਣ ਤੁਸੀਂ ਐਜ਼ ਅ ਬ੍ਰਾਂਚ ਮੈਨੇਜਰ ਉੱਥੇ ਕੰਮ ਕਰ ਰਹੇ ਹੋ, ਜਿਹੜੀ ਸਾਡੀ ਕਮਿਊਨਿਟੀ ਹੈ ਉਹ ਕਿਵੇਂ ਰੈਜ਼ੋਨੇਟ ਕਰਦੀ ਹੈ ਇਸ ਸਰਵੇ ਦੇ ਨਾਲ? ਕੀ ਮੇਜਰ ਕੰਸਰਨ ਹੈਗੇ ਆ ਪੇਰੈਂਟਸ ਦੇ? ਸੋ ਡੈਫੀਨਿਟਲੀ ਸਾਡੇ ਜਿਹੜੇ ਟੈਲਰ ਬ੍ਰਾਂਚ ਵਿੱਚ ਹੈਗੇ ਨੇ ਉਹ ਰੋਜ਼ਮਰ੍ਹਾ ਦੀ ਕਸਟਮਰਸ ਨਾਲ ਟ੍ਰਾਂਜੈਕਸ਼ਨਸ ਕਰਦੇ ਨੇ, ਉਹਨਾਂ ਨੂੰ ਐਡਵਾਈਸ ਦਿੰਦੇ ਨੇ। ਸਾਡੇ ਐਡਵਾਈਜ਼ਰਸ ਨੇ ਬ੍ਰਾਂਚ ਦੇ ਵਿੱਚ ਜਿਹੜੇ ਐਡਵਾਈਸ ਕਰਦੇ ਨੇ, ਪਰ ਜਿਹੜੇ ਕਸਟਮਰਸ ਨੇ ਉਹ ਨਾਲ ਨਾਲ ਆਪਣੇ ਜਿਹੜੇ ਮੋਰਗੇਜ ਪੇਮੈਂਟਸ, ਕਿੰਨਾ ਕੁਛ ਅੱਜ ਕੱਲ੍ਹ ਚੱਲ ਰਿਹਾ, ਅਫੋਰਡੇਬਿਲਿਟੀ ਦੇ ਬਾਰੇ, ਮਹਿੰਗਾਈ ਬਹੁਤ ਹੋ ਗਈ ਹੈ, ਉਹਦੇ ਨਾਲ ਨਾਲ ਉਹ ਡੈਫੀਨਿਟਲੀ ਆਪਣੇ ਬੱਚਿਆਂ ਬਾਰੇ ਵੀ ਪੁੱਛਦੇ ਨੇ ਕਿ ਹਾਂਜੀ ਜੀ ਮੈਂ ਕੀ ਸੇਵਿੰਗ ਅਕਾਊਂਟ ਸ਼ੁਰੂ ਕਰ ਸਕਦਾ ਹਾਂ, ਐਜੂਕੇਸ਼ਨ ਪਲਾਨ ਜਿਹੜਾ ਹੈਗਾ। ਸੋ ਅਸੀਂ ਉਹਨਾਂ ਨੂੰ ਡੈਫੀਨਿਟਲੀ ਸਲਾਹ ਦਿੰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਜਿਹੜੀ ਸੇਵਿੰਗਸ ਐਜੂਕੇਸ਼ਨ ਵਾਸਤੇ ਸਟਾਰਟ ਕਰ ਰਹੇ ਹੋ ਉਹ ਜ਼ਰੂਰੀ ਹੈ, ਪਰ ਉਹਦੇ ਨਾਲ ਹੋਰ ਇੱਕ ਕੀ ਚੀਜ਼ ਜ਼ਰੂਰੀ ਹੈਗੀ ਕਿ ਤੁਸੀਂ ਬੱਚਿਆਂ ਦੇ ਆਪ ਦੇ ਅਕਾਊਂਟ ਖੋਲੋ, ਉਹਨਾਂ ਨੂੰ ਫਾਈਨੈਂਸ਼ੀਅਲੀ ਸਿਕਿਉਰ ਬਣਾਉਣਾ ਚਾਹੁੰਦੇ ਹਾਂ ਆਪਾਂ। ਡੈਫੀਨੇਟਲੀ ਤੁਸੀਂ ਉਹਨਾਂ ਦੇ ਐਜੂਕੇਸ਼ਨ ਪਲਾਨ 'ਚ ਮਨੀ ਪਾ ਰਹੇ ਹੋ, ਉਹਨਾਂ ਦੇ ਜਦੋਂ ਐਜੂਕੇਸ਼ਨ ਦਾ ਸਮਾਂ ਆਊਗਾ ਤੁਸੀਂ ਉਹ ਪੈਸੇ ਕਢਵਾਓਗੇ, ਪਰ ਕੀ ਉਹ ਬੱਚੇ ਰੈਡੀ ਨੇ ਉਸ ਐਜੂਕੇਸ਼ਨ ਤੱਕ ਪਹੁੰਚਣ ਵਾਸਤੇ? ਉਹਨਾਂ ਨੂੰ ਛੋਟੇ ਹੁੰਦੇ ਤੋਂ ਲੈ ਕੇ ਵੱਡੇ ਹੋਣ ਤੱਕ, ਜਦੋਂ ਤੱਕ ਸਕੂਲ ਜਾਣਾ ਹੈ, ਕੀ ਕੁਛ ਲੋੜਵੰਦ ਹੈਗੀ ਉਹਨਾਂ ਦੇ, ਕੀ ਉਹਨਾਂ ਦੀ ਕਦੇ ਯੂਨੀਵਰਸਿਟੀ ਦੇ ਲੈਪਟਾਪ ਚਾਹੀਦਾ ਹੁੰਦਾ, ਗੱਡੀ ਚਾਹੀਦੀ ਹੁੰਦੀ ਹੈ, ਛੋਟੇ ਬੱਚਿਆਂ ਨੂੰ ਬੁੱਕਸ ਚਾਹੀਦੀਆਂ ਹੁੰਦੀਆਂ ਨੇ, ਕਲਰਸ ਚਾਹੀਦੇ ਹੁੰਦੇ ਨੇ। ਸੋ ਉਹ ਸਾਰਾ ਕੁਛ ਤੁਸੀਂ ਕੀ ਬੱਚੇ ਨੂੰ ਐਜੂਕੇਟ ਕਰਦੇ ਪਏ ਹੋ, ਵੀ ਉਹ ਪੈਸੇ ਕਿਵੇਂ ਖਰਚਣ, ਕਿਵੇਂ ਸੇਵ ਕਰਨ, ਉਹ ਬਹੁਤ ਜ਼ਰੂਰੀ ਹੈ। ਸੋ ਸੋਨੀਆ, ਜਿਹੜੀ ਤੁਸੀਂ ਗੱਲ ਕਹੀ ਕਿ ਬੱਚਿਆਂ ਦੇ ਅਕਾਊਂਟਸ ਖੁਲਾਉਣੇ, ਮੈਨੂੰ ਨਾ ਯਾਦ ਆ ਗਿਆ ਜਦੋਂ ਇੰਡੀਆ 'ਚ ਹੁੰਦੇ ਸੀਗੇ ਤਾਂ ਹਰ ਘਰ ਦੇ ਵਿੱਚ ਇੱਕ ਰਿਵਾਜ਼ ਹੁੰਦਾ ਸੀ ਵੀ ਜਦੋਂ ਬੱਚਾ ਪੈਦਾ ਹੀ ਹੁੰਦਾ ਉਹਦਾ ਅਕਾਊਂਟ ਖੋਲ੍ਹ ਦਿੱਤਾ ਜਾਂਦਾ ਸੀ। ਹੋਰ ਨਹੀਂ ਕੁਝ ਤਾਂ ਮਹੀਨੇ ਦੇ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਵੀ ਪਾ ਦਿੱਤੇ ਜਾਂਦੇ। ਜਦੋਂ ਬੱਚਾ 16-18 ਸਾਲ ਦਾ ਹੁੰਦਾ ਇੱਕ ਵੱਡੀ ਚੰਗੀ ਤਗੜੀ ਅਮਾਊਂਟ ਜਿਹੜੀ ਹੈ ਉਹਦੇ ਅਕਾਊਂਟ ਦੇ ਵਿੱਚ ਹੁੰਦੀ ਸੀ। ਇੱਥੇ ਵੀ ਇੱਦਾਂ ਦਾ ਕੁਝ ਹੈਗਾ ਕਿ ਕੋਈ ਏਜ ਲਿਮਿਟ ਹੈ ਕਿ ਬੱਚਿਆਂ ਦਾ ਅਕਾਊਂਟ ਕਦੋਂ ਖੋਲ੍ਹਿਆ ਜਾ ਸਕਦਾ? ਨਹੀਂ ਜੀ, ਕੋਈ ਏਜ ਲਿਮਿਟ ਨਹੀਂ ਹੈਗੀ ਹੈ ਜੈਸਮਨ। ਐਕਚੁਅਲੀ ਤੁਸੀਂ ਬੱਚਿਆਂ ਦਾ ਅਕਾਊਂਟ ਜਦੋਂ ਬੋਰਨ ਹੁੰਦੇ ਆ ਉਸ ਤੋਂ ਅਗਲੇ ਦਿਨ ਦੇ ਹਿਸਾਬ ਨਾਲ ਹੀ ਖੋਲ੍ਹ ਸਕਦੇ ਹੋ। ਕੀ ਜ਼ਰੂਰੀ ਹੈਗਾ ਤੁਹਾਡੇ ਕੋਲ ਉਹਨਾਂ ਵਾਸਤੇ ਕੋਈ ਨਾ ਕੋਈ ID ਹੋਣੀ ਚਾਹੀਦੀ ਹੈਗੀ ਹੈ, ਜਿਵੇਂ ਕਿ ਬਰਥ ਸਰਟੀਫਿਕੇਟ ਹੋ ਗਿਆ, ਪਰ ਜੇ ਉਹ ਨਹੀਂ ਹੈਗੀ ਤਾਂ ਤੁਸੀਂ ਪੇਰੈਂਟ ਦੀ ID ਅਸੀਂ ਯੂਜ਼ ਕਰਦੇ ਹੈਗੇ ਹਾਂ। ਬਟ ਏਜ ਦੀ ਆਪਾਂ ਜੇ ਗੱਲ ਕਰੀਏ, ਤੁਸੀਂ ਨਿਊ ਬੋਰਨ ਦਾ ਅਕਾਊਂਟ ਖੋਲ੍ਹ ਸਕਦੇ ਹੋ ਜਿਵੇਂ ਹੀ ਤੁਹਾਡੇ ਕੋਲ ਉਹਨਾਂ ਦੀ ਡੇਟ ਆਫ ਬਰਥ ਵਗੈਰਾ ਦੀ, ਅਤੇ ਤੁਸੀਂ ਨਾਮਕਰਨ ਕਰ ਚੁੱਕੇ ਹੁੰਦੇ ਹੋ, ਤੁਹਾਡੇ ਕੋਲ ਜਿਹੜੀਆਂ ਮੇਨ ਡੀਟੇਲਸ ਬੱਚੇ ਦੀ ਚਾਹੀਦੀਆਂ ਹੁੰਦੀਆਂ। ਪਰ ਕਈ ਪੇਰੈਂਟਸ ਅਕਾਊਂਟ 3 ਸਾਲ 'ਤੇ ਖੋਲ੍ਹਦੇ ਨੇ, ਕੋਈ 6 ਸਾਲ 'ਤੇ, ਕੋਈ 15 ਸਾਲ 'ਤੇ। ਸੋ ਡਿਫਰੈਂਟ ਅਸੀਂ ਅਕਾਊਂਟ ਆਫਰ ਕਰਦੇ ਹੈਗੇ ਆ। ਜਿਹੜੇ 18 ਸਾਲ ਤੋਂ ਛੋਟੇ ਮਤਲਬ ਬੱਚੇ ਹੈਗੇ ਆ ਉਹਨਾਂ ਵਾਸਤੇ ਅਸੀਂ ਸਟੂਡੈਂਟ ਅਕਾਊਂਟ
ਆਫਰ ਕਰਦੇ ਹੈਗੇ ਆ। ਉਹਦੇ ਕੀ ਬੈਨੀਫਿਟਸ ਹੁੰਦੇ ਆ ਸੋਨੀਆ? ਸੋ ਪਹਿਲੀ ਗੱਲ ਉਹਦੇ 'ਚ ਅਨਲਿਮਿਟਿਡ ਟ੍ਰਾਂਜੈਕਸ਼ਨਸ ਅਵੇਲੇਬਲ ਹੁੰਦੀਆਂ ਨੇ। ਜਿਵੇਂ ਜਿਵੇਂ ਆਪਾਂ ਬੱਚਿਆਂ ਨੂੰ ਸਿਖਾ ਰਹੇ ਹਾਂ ਵੀ ਤੁਸੀਂ ਕੀ ਪੈਸੇ ਪਾਉਣਾ ਚਾਹੁੰਦੇ ਹੋ, ਕੀ ਸੇਵ ਕਰਨਾ ਚਾਹੁੰਦੇ ਹੋ, ਈਮੇਲ ਟ੍ਰਾਂਸਫਰ, ਜਿਵੇਂ ਆਪਣੇ ਬੱਚੇ ਵੱਡੇ ਹੁੰਦੇ ਆ ਉਹ ਇੰਟਰਨੈਟ ਯੂਜ਼ ਕਰਦੇ ਨੇ, ਐਪਸ ਯੂਜ਼ ਕਰਦੇ ਨੇ, ਫੋਨ, ਸੋ ਉਹ ਸਾਰਾ ਕੁਝ ਉਹਦੇ ਵਿੱਚ ਫ੍ਰੀ ਇਨਕਲੂਡਡ ਹੈਗਾ ਆ। 18 ਸਾਲ ਤੋਂ ਬਾਅਦ ਜੇ ਤੁਸੀਂ ਆਲਰੇਡੀ ਸਟੂਡੈਂਟ ਹੈਗੇ ਹੋ ਫਿਰ ਤੁਸੀਂ ਉਹ ਬੈਨੀਫਿਟਸ ਕੈਰੀ ਓਵਰ ਕਰ ਸਕਦੇ ਹੋ, ਪਰ ਤੁਹਾਨੂੰ ਸਟੂਡੈਂਟ ਦੀ ਜਿਹੜੀ ਇਨਰੋਲਮੈਂਟ ਹੈਗਾ ਉਹ ਪ੍ਰੂਫ ਪ੍ਰੋਵਾਈਡ ਕਰਨਾ ਪੈਂਦਾ ਹੈਗਾ। ਪਰ ਉਸ ਤੋਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਵਾਸਤੇ ਅਕਾਊਂਟ ਆਟੋਮੈਟਿਕਲੀ ਫ੍ਰੀ ਹੈਗਾ, ਕੋਈ ਮੰਥਲੀ ਫੀਸ ਨਹੀਂ ਹੈਗੀ ਆ, ਕੋਈ ਮੰਥਲੀ ਬੈਲੈਂਸ ਰੱਖਣ ਦੀ ਲੋੜ ਨਹੀਂ ਹੈਗੀ ਆ। ਲਾਈਕ ਆਈ ਸੈਡ ਅਨਲਿਮਿਟਿਡ ਟ੍ਰਾਂਜੈਕਸ਼ਨਸ ਹੁੰਦੀਆਂ, ਤੁਸੀਂ ਜਿੰਨੀ ਵਾਰ ਮਰਜ਼ੀ ਪੈਸੇ ਉਹਦੇ 'ਚੋਂ ਕੱਢੋ, ਭਾਵੇਂ ਤੁਸੀਂ ਬੱਚਿਆਂ ਨੂੰ ਬਿੱਲ ਪੇ ਕਰਨਾ ਸਿਖਾ ਰਹੇ ਹੋ ਉਹਨਾਂ ਦੇ ਫੋਨ ਦਾ, ਭਾਵੇਂ ਤੁਸੀਂ ਉਹਨਾਂ ਨੂੰ ਸੇਵਿੰਗ ਕਰਨੀ ਸਿਖਾ ਰਹੇ ਹੋ ਵੀ ਮਹੀਨੇ ਦੇ ਮਹੀਨੇ ਕੱਢ ਕੇ ਤੁਸੀਂ ਇੱਕ ਸੇਵਿੰਗ ਅਕਾਊਂਟ 'ਚ ਪਾਉਣਾ ਚਾਹੁੰਦੇ ਹੋ। ਸੋ ਏਜ ਲਿਮਿਟ ਦੀ ਜੇ ਆਪਾਂ ਗੱਲ ਕਰੀਏ, ਤੁਸੀਂ ਜਦੋਂ ਹੀ ਤੁਹਾਡੇ ਕੋਲ ਨਿਊ ਬੋਰਨ ਦੀਆਂ ਡਿਟੇਲਸ ਆ ਜਾਂਦੀਆਂ ਨੇ, ਨਾਮ, ਉਹਨਾਂ ਦਾ ਡੇਟ ਆਫ ਬਰਥ, ਤੁਸੀਂ ਆ ਕੇ ਬ੍ਰਾਂਚ ਵਿੱਚ ਅਕਾਊਂਟ ਖੋਲ੍ਹ ਸਕਦੇ ਹੈਗੇ। ਅੱਛਾ ਸੋਨੀਆ, ਤੁਸੀਂ ਜਿਹੜੀ ਇਹ ਗੱਲ ਕਹੀ ਵੀ ਤੁਸੀਂ ਬੱਚਿਆਂ ਦਾ ਅਕਾਊਂਟ ਖੋਲ੍ਹ ਸਕਦੇ ਹੋ, ਠੀਕ ਹੈ, ਨਿਊ ਬੋਰਨ ਦਾ ਅਕਾਊਂਟ ਖੋਲ੍ਹ ਲਿਆ, 18 ਸਾਲ ਤੋਂ ਬਾਅਦ ਵਾਲਾ ਬੱਚਾ ਵੀ ਠੀਕ ਹੈ, ਜਿਹੜੀ ਵਿੱਚ ਵਿਚਾਲੀ ਏਜ ਹੈ 13 ਤੋਂ ਲੈ ਕੇ 15-16 ਸਾਲ ਤੱਕ ਦੀ, ਅੱਜ ਕੱਲ੍ਹ ਹੁਣ ਜੋ ਸਰੀ ਦੇ ਹਾਲਾਤ ਨੇ, ਮਾਪੇ ਬਹੁਤ ਡਰੇ ਹੋਏ ਨੇ, ਉਹ ਇਹੋ ਜਿਹੀਆਂ ਚੀਜ਼ਾਂ ਨਹੀਂ ਕਰਨਾ ਚਾਹੁੰਦੇ ਜਿਹਦੇ 'ਚ ਬੱਚੇ ਜਿਹੜੇ ਨੇ ਫਾਈਨੈਂਸ਼ੀਅਲੀ ਇੰਨੇ ਸਾਰਾ ਕੁਝ ਆਪ ਕਰ ਸਕਣ। ਸੋ ਕੁਝ ਰਿਸਟ੍ਰਿਕਸ਼ਨਸ ਵੀ ਹੈਗੀਆਂ, ਕਿਉਂਕਿ ਕਈ ਮਾਪਿਆਂ ਦੇ ਮਨ 'ਚ ਨਾ ਇਹ ਡਰ ਹੁੰਦਾ ਵੀ ਜੇ ਅਸੀਂ ਬੱਚਿਆਂ ਨੂੰ ਅਕਾਊਂਟ ਖੁਲਾ ਕੇ ਦੇਤਾ, ਉਹਦੇ 'ਚ ਪੈਸੇ ਹੋਏ ਤਾਂ ਹੋ ਸਕਦਾ ਹੈ ਆਪ ਹੀ ਕਿਤੇ ਖਰਚ ਕਰੀ ਜਾਣ। ਜੋ ਹਾਲਾਤ ਹੈਗੇ ਤੁਹਾਨੂੰ ਪਤਾ ਨਹੀਂ ਬੱਚੇ ਕਿੱਥੇ ਖਰਚ ਕਰ ਰਹੇ ਆ, ਸਾਈਬਰ ਬੁਲਿੰਗ ਹੈਗੀ ਹੈ, ਇੰਟਰਨੈਟ 'ਤੇ ਇੰਨਾ ਕੁਝ ਹੋ ਰਿਹਾ। ਸੋ ਸੇਫ ਕੋਈ ਤਰੀਕੇ ਹੈਗੇ? ਲਾਈਕ ਤੁਸੀਂ ਜਿਵੇਂ ਕਿਹਾ ਹੈ, ਚੈਲੰਜਿੰਗ ਟਾਈਮ ਹੈਗਾ, ਅਫੋਰਡੇਬਿਲਿਟੀ ਦੇ ਬਹੁਤ ਕੰਸਰਨਸ ਨੇ ਆਪਣੇ ਕਸਟਮਰਸ ਨੂੰ, ਆਪਣੇ ਪੋਪੂਲੇਸ਼ਨ ਨੂੰ, ਕਿ ਮਹਿੰਗਾਈ ਵੱਧਦੀ ਜਾ ਰਹੀ ਹੈ। ਪਰ ਇਸ ਸਰਵੇ ਵਿੱਚ ਇੱਕ ਚੀਜ਼ ਜਿਹੜੀ ਹੋਰ ਜੈਸਮਿਨ ਬਾਹਰ ਆਈ ਕਿ 60% ਜਿਹੜੇ ਪੇਰੈਂਟਸ ਸੀਗੇ ਉਹਨਾਂ ਨੇ ਇਹ ਵੀ ਸੋਚਿਆ ਕਿ ਇਹ ਵੀ ਦੱਸਿਆ ਹੈਗਾ ਕਿ ਜਿਹੜੀ ਗਲਤੀਆਂ ਉਹਨਾਂ ਨੇ ਆਪਣੇ ਬਚਪਨ 'ਚ ਕੀਤੀਆਂ ਉਹ ਆਪਣੇ ਬੱਚਿਆਂ ਤੋਂ ਨਹੀਂ ਕਰਾਉਣਾ ਚਾਹੁੰਦੇ, ਰਾਈਟ। ਅਤੇ ਇਹਦੇ ਕਰਕੇ 89% ਇਹ ਵੀ ਚਾਹੁੰਦੇ ਨੇ ਕਿ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਈਆਂ ਜਾਣ, ਅਤੇ ਜੇ ਉਹ ਸਿੱਖ ਲੈਂਦੇ ਨੇ ਆਪਣੇ ਏਜ ਅਪਰੋਪਰੀਏਟ ਬਾਰੇ ਤਾਂ ਉਹ ਉਹਨਾਂ ਦਾ ਫਾਈਨੈਂਸ਼ੀਅਲ ਜਿਹੜਾ ਹੈਗਾ ਫਿਊਚਰ ਸਿਕਿਉਰ ਹੋ ਸਕਦਾ ਹੈਗਾ। ਜਿਵੇਂ ਤੁਸੀਂ ਕਿਹਾ ਕਿ ਮਿਡਲ ਜਿਹੜੀ ਏਜ ਹੁੰਦੀ ਹੈ 13 ਤੋਂ 15 ਜਾਂ 13 ਤੋਂ 17 ਸਾਲ ਵਾਲੇ ਬੱਚੇ, ਪਰ ਮੈਂ ਕਹੂੰਗੀ ਕਿ ਜਿਹੜਾ ਅਸੀਂ ਡੀ ਵਿੱਚ ਸਮਝਦੇ ਹੈਗੇ ਕਿ ਕੋਈ ਵੀ ਏਜ 'ਤੇ ਤੁਸੀਂ ਸਟਾਰਟ ਕਰ ਸਕਦੇ ਹੋ ਬੱਚਿਆਂ ਨੂੰ ਪੜ੍ਹਾਉਣਾ ਇਹ ਫਾਈਨੈਂਸ਼ੀਅਲ ਨੌਲੇਜ। ਭਾਵੇਂ ਛੋਟੇ ਬੱਚੇ ਜਦੋਂ ਸਕੂਲ ਤੋਂ ਗਿਣਤੀ ਸ਼ੁਰੂ ਕਰਦੇ ਨੇ, ਤੁਸੀਂ ਉਹਨਾਂ ਨੂੰ ਹੌਲੀ ਹੌਲੀ ਸਿਖਾ ਸਕਦੇ ਹੈਗੇ ਵੀ ਕੀ ਚੀਜ਼ ਕੁਆਟਰ ਹੈਗੀ ਹੈ, ਕੀ ਡਾਈਮ ਹੈ। ਸਿਰਫ ਕਾਊਂਟਿੰਗ ਤੋਂ ਸ਼ੁਰੂ ਕਰਦੇ ਹਾਂ ਆਪਾਂ। ਜਿਵੇਂ ਹੀ ਥੋੜ੍ਹਾ ਬੱਚਾ ਵੱਡਾ ਹੁੰਦਾ ਹੈਗਾ ਤੁਸੀਂ ਉਹਨਾਂ ਨੂੰ ਥੋੜ੍ਹੇ ਜਿਹੇ ਕੁਆਟਰ ਸਿਖਾ ਸਕਦੇ ਹੋ, ਕੀ ਹੈ ਡਾਈਮ, ਕੀ ਹੈਗਾ ਆ ਬਿੱਲ। ਉਹਨਾਂ ਨੂੰ ਜਿਵੇਂ ਜਿਵੇਂ ਨੰਬਰ ਦੀ ਗਿਣਤੀ ਸ਼ੁਰੂ ਆ ਜਾਂਦੀ ਹੈ ਆਪਾਂ ਉਹਨਾਂ ਨੂੰ ਡਿਫਰੈਂਟ ਬਿਲਸ ਸਿਖਾ ਸਕਦੇ ਹੈਗੇ ਆ। ਜਿਹੜਾ ਤੁਸੀਂ ਕਹਿ ਰਹੇ ਸੀ ਸਿਕਿਉਰਿਟੀ ਬਾਰੇ ਹੈਗਾ, ਉਹਦੇ ਵਿੱਚ ਮੈਂ ਕਹਾਂਗੀ ਕਿ ਕਈ ਪੇਰੈਂਟਸ ਨੂੰ ਆਪਾਂ ਕਹਿੰਦੇ ਹਾਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਜੁਆਇੰਟ ਅਕਾਊਂਟ ਵੀ ਖੁਲਾ ਸਕਦੇ ਹੋ। ਜਿਹੜਾ ਸਟੂਡੈਂਟ ਅਕਾਊਂਟ ਅਸੀਂ ਯੂਥ ਵਾਸਤੇ ਆਫਰ ਕਰਦੇ ਹੈਗੇ ਆ ਉਹ TD 'ਤੇ, ਉਹਦੇ ਵਿੱਚ ਤੁਸੀਂ ਜੁਆਇੰਟ ਅਕਾਊਂਟ ਖੁਲਾ ਕੇ ਆਪਣੇ ਬੱਚਿਆਂ ਦੀ ਟ੍ਰਾਂਜੈਕਸ਼ਨਸ ਨਾਲ ਚੈੱਕ ਕਰ ਸਕਦੇ ਹੋ, ਵਾਚ ਕਰ ਸਕਦੇ ਹੈਗੇ ਹੋ। ਨਾਲੇ ਆਪਾਂ ਬੱਚਿਆਂ ਨੂੰ ਮਾਈ ਸਪੈਂਡ ਦੀ ਇੱਕ TD ਦੀ ਐਪ ਹੈਗੀ ਆ, ਉਹ ਵੀ ਕਹਿੰਦੇ ਆ ਵੀ ਜਦੋਂ ਤੁਸੀਂ ਉਸ ਏਜ ਵਿੱਚ ਹੈਗੇ ਹੋ ਜਿੱਥੇ ਤੁਸੀਂ ਫੋਨ ਸੈਵੀ ਹੈਗੇ ਹੋ, ਆਪਣੇ ਇੰਟਰਨੈਟ ਯੂਜ਼ ਕਰਦੇ ਹੈਗੇ ਹੋ, ਐਪ ਡਾਊਨਲੋਡ ਕਰਕੇ ਤੁਸੀਂ ਉਹਦੇ 'ਚ ਆਪਣਾ ਟਰੈਕ ਕਰ ਸਕਦੇ ਹੋ। ਉਹ ਐਪ ਸਭ ਤੋਂ ਵਧੀਆ ਚੀਜ਼ ਇਹ ਹੈਗੀ ਕਿ ਜਦੋਂ ਵੀ ਤੁਸੀਂ ਕੁਝ ਖਰਚਾ ਕਰਦੇ ਹੋ ਤੁਹਾਡੇ ਅਕਾਊਂਟ 'ਚੋਂ ਪੈਸੇ ਨਿਕਲਦੇ ਹੋ, ਭਾਵੇਂ ਤੁਸੀਂ ਕਿਤੇ ਖਰਚਾ ਕੀਤਾ ਜਾਂ ਟ੍ਰਾਂਸਫਰ ਕੀਤਾ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦੀ ਹੈ। ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਉਹਦੇ ਬਾਰੇ ਵੀ ਸਿਖਾਉਂਦੇ ਹੈਗੇ ਹੋ ਤਾਂ ਤੁਹਾਨੂੰ ਨੋਟੀਫਿਕੇਸ਼ਨ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਵੀ ਬੱਚਾ ਕਿੱਥੇ ਪੈਸੇ ਖਰਚ ਰਿਹਾ, ਕਿੱਥੇ ਘੁੰਮਣ ਗਿਆ ਹੈ। ਕਿਉਂਕਿ ਆਪਾਂ ਇਹ ਵੀ ਚਾਹੁੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਫਾਈਨੈਂਸ਼ੀਅਲ ਫਰੀਡਮ ਹੋਵੇ ਤਾਂ ਕਿ ਉਹ ਆਪਣੇ ਡਿਸੀਜਨਸ ਆਪ ਬਣਾ ਸਕਣ। ਬਟ ਉਸ ਏਜ ਵਿੱਚ ਇਹ ਜ਼ਰੂਰੀ ਹੈ, ਜਿਵੇਂ ਤੁਸੀਂ ਕਿਹਾ ਜੈਸਮਿਨ, ਕਿ ਪੇਰੈਂਟਸ ਨਾਲ ਨਾਲ ਜੁਆਇੰਟ ਹੋ ਕੇ ਵਾਚ ਕਰ ਸਕਦੇ ਨੇ। ਸੋ ਇੱਦਾਂ ਦੇ ਸਿਕਿਉਰਿਟੀ ਫੀਚਰਸ ਜਿਹੜੇ ਆ ਉਹ ਤੁਸੀਂ ਗਾਈਡ ਕਰ ਸਕਦੇ ਹੋ ਜੇ ਪੇਰੈਂਟਸ ਤੁਹਾਡੇ ਕੋਲ ਆਉਂਦੇ ਆ ਤਾਂ। ਹਾਂਜੀ, ਅਸੀਂ ਜ਼ਰੂਰ ਮੇਕ ਸ਼ੋਰ ਕਰਦੇ ਹਾਂ ਜਦੋਂ ਤੁਸੀਂ ਉਹਨਾਂ ਦਾ ਪਹਿਲਾ ਅਕਾਊਂਟ ਖੁਲਾਉਣ ਆਏ ਹੋ ਬੱਚਿਆਂ ਦਾ, ਤੁਸੀਂ ਉਹਨਾਂ ਨੂੰ ਨਾਲ ਲੈ ਕੇ ਆਓ। ਅਸੀਂ ਸ਼ੁਰੂ ਤੋਂ ਹੀ ਉਹਨਾਂ ਵਾਸਤੇ ਬ੍ਰਾਂਚ ਵਿੱਚ ਐਕਟੀਵਿਟੀਜ਼ ਹੈਗੀਆਂ, ਅਸੀਂ ਉਹਨਾਂ ਨੂੰ ਬ੍ਰਾਂਚ ਦਾ ਟੂਰ ਦਿੰਦੇ ਹਾਂ, ਅਸੀਂ ਹੁਣ ਪਿਗੀ ਬੈਂਕਸ ਦਿੰਦੇ ਹੈਗੇ ਹਾਂ, ਅਸੀਂ ਉਹਨਾਂ ਨੂੰ ਐਕਟੀਵਿਟੀ ਬੁੱਕਸ ਦਿੰਦੇ ਹਾਂ ਕਲਰਿੰਗ ਵਾਸਤੇ ਤਾਂ ਕਿ ਉਹ ਇੰਗੇਜ ਰਹਿਣ ਜਦੋਂ ਆਪਣੇ ਮਾਪੇ ਦੇ ਨਾਲ ਅਕਾਊਂਟ ਖੁਲਾਉਣ ਆਏ ਨੇ। ਜੀ ਸੋਨੀਆ, ਬਹੁਤ ਵਾਰੀ ਨਾ ਕਈ ਵਾਰੀ ਸਾਡੀਆਂ ਇੱਕ ਕੁਝ ਮਿਸਕਨਸੈਪਸ਼ਨਸ ਜੀਆਂ ਬਣ ਜਾਂਦੀਆਂ। ਕਿਸੇ ਨਾਲ ਗੱਲ ਕਰਦੇ ਹਾਂ ਆਪਣੀ ਹੀ ਕਮਿਊਨਿਟੀ ਦੇ ਵਿੱਚੋਂ, ਬਹੁਤ ਸਾਰੇ ਲੋਕਾਂ ਦਾ ਇਹ ਸੋਚਣਾ ਹੈ, ਖਾਸ ਤੌਰ 'ਤੇ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰ ਰਹੀ ਹਾਂ, ਉਹ ਕਹਿੰਦੇ ਵੀ ਬੱਚੇ ਜਿੰਨਾ ਚਿਰ ਸਾਡੇ ਤੋਂ ਪੈਸੇ ਮੰਗਣ ਨਾ ਉਨਾ ਚਿਰ ਠੀਕ ਹੈ, ਜਦੋਂ ਇਹ ਫਾਈਨੈਂਸ਼ੀਅਲੀ ਸਿਕਿਉਰ ਹੋ ਗਏ, ਜਿਹੜੀ ਏਜ ਦੀ ਆਪਾਂ ਗੱਲ ਕੀਤੀ ਹੈ, ਵੀ ਫਿਰ ਇਹਨਾਂ ਨੂੰ ਲੱਗਣਾ ਵੀ ਅਸੀਂ ਤਾਂ ਆਪਣਾ ਕਮਾਉਂਦੇ ਹਾਂ, ਆਪਣਾ ਖਰਚ ਕਰਦੇ ਹਾਂ, ਫਿਰ ਇਹਨਾਂ ਨੇ ਸਾਡੀ ਸੁਣਨੀ ਨਹੀਂ। ਹਾਲਾਂਕਿ ਇਹ ਕਿਸੇ ਹੱਦ ਤੱਕ ਗੱਲ ਸਹੀ ਨਹੀਂ ਹੈਗੀ। ਜੇ ਆਪਾਂ ਬੱਚਿਆਂ ਦੇ ਨਾਲ ਘਰ ਦੇ ਵਿੱਚ ਸ਼ੁਰੂ ਤੋਂ, ਜਿਵੇਂ ਤੁਸੀਂ ਪਿਗੀ ਬੈਂਕ ਬਾਰੇ ਕਿਹਾ ਸੀ, ਆਪਾਂ ਬੱਚਿਆਂ ਨੂੰ ਸ਼ੁਰੂ ਤੋਂ ਸਿਖਾਉਂਦੇ ਹਾਂ ਵੀ ਪਿਗੀ ਬੈਂਕ 'ਚ ਪੈਸੇ ਪਾਉਣੇ ਨੇ, ਜਾਂ ਉਹਨਾਂ ਦੀ ਏਜ ਦੇ ਐਪਰੋਪਰੀਏਟ ਆਪਾਂ ਉਹਨਾਂ ਨਾਲ ਕਨਵਰਸੇਸ਼ਨਸ ਕਰਦੇ ਹਾਂ, ਤਾਂ ਆਈ ਥਿੰਕ ਇਹ ਵਾਲੀ ਪ੍ਰੋਬਲਮ ਜਿਹੜੀ ਹੈ ਨਹੀਂ ਪੈਦਾ ਹੋ ਸਕਦੀ। ਤੁਸੀਂ ਕੀ ਕਹੋਗੇ?
ਇਹ ਗੱਲ ਮੈਂ ਵੀ ਮੰਨਦੀ ਆਈ ਥਿੰਕ ਜਿਵੇਂ ਤੁਸੀਂ ਕਿਹਾ ਸ਼ਾਇਦ ਆਪਣੀ ਕਮਿਊਨਿਟੀ 'ਚ ਲੋਕੀ ਸੋਚਦੇ ਨੇ ਕਿ ਅਸੀਂ ਬੱਚਿਆਂ ਨੂੰ ਕਿੰਨਾ ਦਈਏ ਕਿੰਨਾ ਖਰਚਣ ਵਾਸਤੇ ਹੈ ਨਾ, ਪਰ TD 'ਚ ਅਸੀਂ ਜ਼ਰੂਰ ਬਿਲੀਵ ਕਰਦੇ ਹਾਂ ਕਿ ਹਰ ਕਿਸੇ ਚੀਜ਼ ਵਾਸਤੇ ਇੱਕੋ ਸਲਾਹ ਨਹੀਂ ਹੋਊਗੀ। ਹਰ ਕਿਸੇ ਜਨਰੇਸ਼ਨ ਵਾਸਤੇ ਸਲਾਹ ਡਿਫਰੈਂਟ ਹੁੰਦੀ ਹੈ। ਇਸ ਸਰਵੇ ਵਿੱਚ ਇੱਕ ਜਿਹੜੀ ਚੀਜ਼ ਆਈ ਸੀਗੀ ਕਿ ਕਾਫੀ 60% ਤੱਕ ਪੇਰੈਂਟਸ ਮੰਨਦੇ ਨੇ ਕਿ ਅਸੀਂ ਕੁਝ ਗਲਤੀਆਂ ਕੀਤੀਆਂ ਨੇ ਸਾਡੇ ਬਚਪਨ ਵਿੱਚ ਜਾਂ ਸਾਡੇ ਪੁਰਾਣੇ ਪਾਸਟ ਵਿੱਚ ਜਿਹੜੀ ਕਿ ਅਸੀਂ ਫਾਈਨੈਂਸ਼ਲੀ ਹੁਣ ਸਿਕਿਉਰ ਫੀਲ ਕਰ ਰਹੇ ਆ ਜਾਂ ਨਹੀਂ ਕਰਦੇ, ਸਾਡੇ ਬੱਚੇ ਉਹ ਗਲਤੀਆਂ ਨਾ ਕਰਨ। ਸੋ ਆਈ ਵੁੱਡ ਸੇ ਕਿ ਬਹੁਤ ਜ਼ਰੂਰੀ ਹੈ ਕਿ ਆਪਾਂ ਛੇਤੀ ਸਟਾਰਟ ਕਰੀਏ। ਕੋਈ ਵੀ ਇਹੋ ਜਿਹਾ ਸਮਾਂ ਨਹੀਂ ਹੈਗਾ ਕਿ ਇਸ ਵੇਲੇ ਸ਼ੁਰੂ ਕਰਨਾ ਚਾਹੀਦਾ ਜਾਂ ਇਸ ਏਜ 'ਤੇ। ਜਦੋਂ ਸ਼ੁਰੂ ਕਰ ਲਓ ਉਹੀ ਚੰਗੀ ਸ਼ੁਰੂਆਤ ਹੁੰਦੀ ਹੈ। ਜੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਹੜੀ ਆਪਣੀ ਬੱਚਿਆਂ ਨੂੰ ਜਦੋਂ ਫਾਈਨੈਂਸ਼ੀਅਲ ਫਿਊਚਰ ਬਾਰੇ ਸਿਖਾਉਣਾ ਸ਼ੁਰੂ ਕਰਦੇ ਹੋ ਉਹਨੂੰ ਫਨ ਬਣਾਓ। ਉਹਨਾਂ ਨੂੰ ਬੱਚਿਆਂ ਨੂੰ ਆਦਤ ਹੁੰਦੀ ਹੈ ਗੇਮਸ ਖੇਡਣ ਦੀ, ਸੋ ਤੁਸੀਂ ਉੱਥੋਂ ਸ਼ੁਰੂ ਕਰ ਸਕਦੇ ਹੋ। ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਬੱਚਿਆਂ ਨੂੰ ਕਾਇਨਸ ਕਾਊਂਟ ਕਰਨੇ ਸਿਖਾਓ ਜਿਹੜੇ ਛੋਟੇ ਬੱਚੇ ਹੁੰਦੇ ਨੇ। ਜਿਵੇਂ ਜਿਵੇਂ ਉਹਨਾਂ ਨੂੰ ਮੈਥਸ ਦੀਆਂ ਸਕਿੱਲ ਆਉਂਦੀਆਂ, ਜੋੜਨਾ ਆਉਂਦਾ ਹੈ, ਮਾਈਨਸ ਕਰਨਾ ਆਉਂਦਾ, ਸਬਟਰੈਕਸ਼ਨ ਆਉਂਦੀ ਹੈ, ਉਦੋਂ ਉਹਨਾਂ ਨੂੰ ਤੁਸੀਂ ਸਿਖਾ ਸਕਦੇ ਹੋ ਵੀ ਜੇ ਠੀਕ ਹੈ ਜੀ ਤੁਸੀਂ ਕੁਛ ਬਾਜ਼ਾਰ ਗਏ ਹੋ, ਗਰੋਸਰੀ ਚੱਲੇ ਹੋ, ਕਿੰਨੇ ਪੈਸੇ ਦਿੱਤੇ ਹੈ ਤੇ ਕਿੰਨੇ ਮੁੜਨੇ ਚਾਹੀਦੇ ਨੇ, ਇਹ ਚੀਜ਼ਾਂ ਸਿਖਾ ਸਕਦੇ ਹੋ। ਜਦੋਂ ਉਹਨਾਂ ਨੂੰ ਸੋ ਉਹ ਤੁਸੀਂ ਜਦੋਂ ਗੇਮਸ ਵਗੈਰਾ ਦੇ ਬੇਸ 'ਤੇ ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰਦੇ ਹੋ ਉਹਨਾਂ ਨੂੰ ਮਜ਼ਾ ਆਉਂਦਾ ਉਹ ਚੀਜ਼ਾਂ ਸਿੱਖ ਕੇ। ਏਜ ਅਪਰੋਪਰੀਏਟ ਰੱਖੋ। ਜਿਹੜੀ ਚੀਜ਼ 3 ਸਾਲ ਦੇ ਜਾਂ 5 ਸਾਲ ਦੇ ਬੱਚੇ ਨੂੰ ਸਮਝ ਆਉਣੀ ਹੈ ਉਸ ਤੋਂ ਕਈ ਜ਼ਿਆਦਾ ਤੁਹਾਨੂੰ 10 ਸਾਲ ਦੇ ਅਤੇ 15 ਸਾਲ ਦੇ ਬੱਚੇ ਨੂੰ ਸਮਝ ਆਉਣੀ ਹੈ। ਸੋ ਜ਼ਰੂਰੀ ਹੈ ਕਿ ਜੇ ਤੁਸੀਂ ਕਿਸੇ 10 ਤੋਂ 15 ਸਾਲ ਦੇ ਬੱਚੇ ਦੀ ਗੱਲ ਕਰ ਰਹੇ ਹੋ ਉਹਨਾਂ ਨੂੰ ਜੇ ਤੁਸੀਂ ਗਰੋਸਰੀ ਕਰਨ ਚੱਲੇ ਹੋ ਮੇਬੀ ਨਾਲ ਲੈ ਕੇ ਜਾਓ ਆਪਣੇ। ਜੇ ਤੁਸੀਂ ਬੈਂਕ 'ਚ ਕੁਛ ਆਪਣੀ ਬੈਂਕਿੰਗ ਚੈੱਕ ਜਮ੍ਹਾਂ ਕਰਨ ਚੱਲੇ ਹੋ ਬੱਚਿਆਂ ਨੂੰ ਉੱਥੇ ਵੀ ਨਾਲ ਲੈ ਕੇ ਜਾਓ ਤਾਂ ਕਿ ਉਹ ਤੁਹਾਡੇ ਨਾਲ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਜਾਣਦੇ ਹੋ ਫਾਈਨੈਂਸ਼ੀਅਲ ਆਪਣਾ ਕਰਨਾ, ਤੁਸੀਂ ਇਹ ਵੀ ਚਾਹੋਗੇ ਕਿ ਮੇਰਾ ਬੱਚਾ ਵੀ ਇਹੀ ਚੀਜ਼ ਸਿੱਖੇ। ਜੇ ਤੁਸੀਂ ਸੇਵਿੰਗ ਕਰਨਾ ਜਾਣਦੇ ਹੋ ਬੱਚੇ ਤੁਹਾਡੇ ਤੋਂ ਉਹ ਬਿਹੇਵੀਅਰ ਸਪੈਕ ਕਰਦੇ ਨੇ, ਅਤੇ ਉਹ ਜ਼ਰੂਰੀ ਹੈ ਕਿ ਬੱਚੇ ਵਾਚ ਕਰਨ ਕੀ ਚੈਕਿੰਗ ਅਕਾਊਂਟ ਹੈਗਾ ਆ, ਕੀ ਸੇਵਿੰਗ ਅਕਾਊਂਟ ਹੈਗਾ ਆ। ਅਤੇ ਇਹ ਵੀ ਸਲਾਹ ਦਊਂਗੀ ਕਿ ਬਸ ਰੀਅਲ ਰੱਖੋ ਆਪਣੇ ਬੱਚਿਆਂ ਨੂੰ, ਜੋ ਤੁਹਾਡੇ ਮਨ 'ਚ ਚੱਲ ਰਿਹਾ ਭਾਵੇਂ ਖਰਚਿਆਂ ਵੱਲੋਂ ਭਾਵੇਂ ਸੇਵਿੰਗਸ ਵੱਲੋਂ, ਤੁਸੀਂ ਉਹਨਾਂ ਨਾਲ ਸ਼ੇਅਰ ਕਰਦੇ ਰਹੋ। ਬੱਚਿਆਂ ਨੂੰ ਜੇ ਪਤਾ ਹੈਗਾ ਕਿ ਹਾਂਜੀ ਮੈਂ ਲੈਪਟਾਪ ਲੈਣਾ ਹੈਗਾ ਉਹਦੀ ਕਿੰਨੀ ਕਾਸਟ ਹੈ ਉਹਨਾਂ ਨੂੰ ਉਹ ਪਤਾ ਲੱਗ ਜੂਗਾ, ਬਟ ਕੀ ਅਸੀਂ ਅਫੋਰਡ ਕਰ ਸਕਦੇ ਹਾਂ ਇਸ ਵੇਲੇ ਕਿ ਨਹੀਂ, ਆਈ ਥਿੰਕ ਉਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰੋ ਕਿ ਮੇਬੀ ਉਹ ਆਪਣਾ ਇੱਕ ਸੇਵਿੰਗਸ ਫੰਡ ਸ਼ੁਰੂ ਕਰ ਸਕਦੇ ਨੇ। ਜਦੋਂ ਉਹਨਾਂ ਨੂੰ ਬਰਥਡੇ ਦੇ ਪੈਸੇ ਮਿਲਦੇ ਹੈਗੇ ਆ ਉਹ ਸੇਵ ਕਰ ਸਕਦੇ ਨੇ। ਜਿਵੇਂ ਕਿ ਤੁਸੀਂ ਕਿਹਾ ਕਿ ਇੱਕ ਅਕਾਊਂਟ ਓਪਨ ਕਰਕੇ ਛੋਟੇ ਹੁੰਦੇ ਇੰਡੀਆ ਵਿੱਚ ਉਹ ਪਿੱਗੀ ਬੈਂਕ ਰੱਖ ਦਿੰਦੇ ਸੀ, ਸ਼ੁਰੂ ਕਰਦੇ ਸੀਗੇ ਬੈਂਕ 'ਚ ਅਕਾਊਂਟ। ਤਾਂ ਉਹ ਸਾਰਾ ਕੁਝ ਬਹੁਤ ਜ਼ਰੂਰੀ ਹੈ ਕਿ ਆਪਾਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਹ ਸਲਾਹਾਂ ਦੇਣੀਆਂ ਸ਼ੁਰੂ ਕਰੀਏ, ਨਾਲ ਰੱਖੀਏ ਆਪਾਂ ਉਹਨਾਂ ਨੂੰ, ਅਤੇ ਨਾਲ ਉਹਨਾਂ ਦੇ ਏਜ ਦੇ ਅਪਰੋਪਰੀਏਟ ਸਮਝਾਈਏ ਅਤੇ ਨਾਲ ਫਨ ਕਰਕੇ ਸਮਝਾਈਏ ਤਾਂ ਕਿ ਉਹਨਾਂ ਨੂੰ ਚੰਗਾ ਲੱਗੇ ਉਹ ਗੇਮ। ਸੋਨੀਆ ਤੁਸੀਂ ਕਿਹਾ ਨਾ ਜਿਵੇਂ ਬੱਚੇ ਨੇ ਲੈਪਟਾਪ ਲੈਣਾ ਤਾਂ ਉਹਨੂੰ ਦੱਸਿਆ ਜਾਏ ਵੀ ਇੰਨੇ ਦਾ ਲੈਪਟਾਪ ਹੈਗਾ, ਸੋ ਆਪਣੀਆਂ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈਗੀਆਂ, ਆਪਾਂ ਲੈ ਸਕਦੇ ਹਾਂ, ਆਪਣੇ ਕੋਲ ਕਿੰਨੀ ਸੇਵਿੰਗ ਹੈ। ਹੁਣ ਇੱਕ ਹੋਰ ਗੱਲ ਵੀ ਹੈਗੀ, ਉਹ ਵੀ ਸਾਡੀ ਹੀ ਕਮਿਊਨਿਟੀ ਦਾ ਹਿੱਸਾ ਹੈ ਕਿ ਨਹੀਂ ਬੱਚਿਆਂ ਦੇ ਨਾਲ ਪੈਸੇ ਦੀ ਗੱਲ ਨਾ ਕਰੋ। ਜੇ ਘਰ ਦੇ ਵਿੱਚ ਪੈਸੇ ਦੀ ਤੰਗੀ ਵੀ ਚੱਲ ਰਹੀ ਹੈ, ਜੇ ਕੋਈ ਪ੍ਰੋਬਲਮ ਵੀ ਹੈਗੀ ਹੈ, ਬੱਚਿਆਂ ਨੂੰ ਫਾਈਨੈਂਸਿਸ ਦੇ ਵਿੱਚ ਇਨਵੋਲਵ ਨਹੀਂ ਕੀਤਾ ਜਾਂਦਾ ਸਾਡੇ ਘਰਾਂ ਦੇ ਵਿੱਚ। ਹਾਂਜੀ, ਨਹੀਂ ਮੈਂ ਸਮਝ ਸਕਦੀ ਹਾਂ, ਪਰ ਜਿਹੜਾ ਅਸੀਂ ਕੁਛ ਸਰਵੇ ਦੇ ਵਿੱਚ TD ਦੇ ਸਾਹਮਣੇ ਆਇਆ ਹੈਗਾ, ਇਹ ਕਮਿਊਨਿਟੀ ਦੀ ਜੇ ਆਪਾਂ ਸਾਰੀ ਗੱਲ ਕਰੀਏ ਇਹ ਕੈਨੇਡੀਅਨਸ 'ਤੇ ਸਰਵੇ ਕੀਤਾ ਗਿਆ ਸੀਗਾ, ਪੂਰੇ ਕੈਨੇਡੀਅਨਸ ਦੇ BC ਦੇ ਵਿੱਚ। ਸੋ ਆਈ ਥਿੰਕ ਜਿਹੜੀ ਗੱਲਾਂ ਇਸ ਸਰਵੇ ਤੋਂ ਬਾਹਰ ਆਈਆਂ ਨੇ ਉਹਦੇ ਵਿੱਚ ਇਹ ਜ਼ਰੂਰ ਪਤਾ ਲੱਗਦਾ ਕਿ ਆਪਣੇ ਜਿਹੜੇ ਲੋਕੀ ਨੇ ਉਹ ਕੌਨਫੀਡੈਂਟ ਨਹੀਂ ਨੇ। ਸੋ ਜੇ ਉਹ ਸੋਚਦੇ ਨੇ ਕਿ ਕੌਨਫੀਡੈਂਟ ਨਹੀਂ ਨੇ, ਪਰ ਉਹ ਇਹ ਵੀ ਸਮਝਦੇ ਨੇ ਕਿ 89% ਜੇ ਅਸੀਂ ਬੱਚਿਆਂ ਨੂੰ ਇਹ ਚੀਜ਼ਾਂ ਅੱਜ ਦੀ ਏਜ ਅਪਰੋਪਰੀਏਟ ਦੇ ਹਿਸਾਬ ਨਾਲ ਸਿਖਾ ਸਕੀਏ ਤਾਂ ਉਹ ਉਹਨਾਂ ਦਾ ਫਾਈਨੈਂਸ਼ੀਅਲ ਫਿਊਚਰ ਜਿਹੜਾ ਸਿਕਿਉਰ ਹੋਊਗਾ। ਸੋ ਬਹੁਤ ਜ਼ਰੂਰੀ ਹੈ ਕਿ ਆਪਾਂ ਬੱਚਿਆਂ ਨਾਲ ਘਰੋਂ ਛੋਟੇ ਹੁੰਦੇ ਤੋਂ ਹੀ ਗੱਲਾਂ ਸ਼ੁਰੂ ਕਰੀਏ ਕਿ ਕੀ ਖਰਚਣਾ ਹੁੰਦਾ ਹੈ, ਕੀ ਸੇਵ ਕਰਨਾ ਹੁੰਦਾ ਹੈ, ਕੀ ਬਜਟਿੰਗ ਹੁੰਦੀ ਹੈ, ਕਿੰਨੇ ਪੈਸੇ ਤੁਸੀਂ ਸ਼ੇਅਰ ਵਿੱਚ। ਮੈਂ ਐਗਜ਼ਾਮਪਲ ਦਊਂਗੀ, ਜਿਵੇਂ ਆਪਾਂ ਕਿਸੇ ਬੱਚੇ ਨੂੰ $10 ਦਾ ਅਲਾਊਂਸ ਦਿੰਦੇ ਹਾਂ, ਤੁਸੀਂ ਉਹਨਾਂ ਨੂੰ 3 ਪਿੱਗੀ ਬੈਂਕ ਦਿਓ, ਉਹਨਾਂ ਕੋਲ ਠੀਕ ਹੈ ਜੀ ਇਹ $6 ਤੁਸੀਂ ਇਸ ਪਿੱਗੀ ਬੈਂਕ 'ਚ ਪਾਉਣੇ ਨੇ ਜਿਹੜਾ ਤੁਹਾਡਾ ਖਰਚਾ ਹੋਊਗਾ, ਇਹ $2 ਤੁਸੀਂ ਪਾਉਣੇ ਨੇ ਜਿਹੜੀ ਤੁਹਾਡੀ ਸੇਵਿੰਗ ਹੋਊਗੀ। ਕੱਲ੍ਹ ਨੂੰ ਤੁਸੀਂ ਜੋ ਟੋਏ ਲੈਣਾ ਚਾਹੁੰਦੇ ਹੋ, ਤੁਸੀਂ ਕੋਈ ਆਪਣੀ ਯੂਨੀਵਰਸਿਟੀ ਦੇ ਵਾਸਤੇ ਕੁਛ ਲੈਣਾ ਚਾਹੁੰਦੇ ਹੋ, $2 ਤੁਸੀਂ ਵੀ ਕਿਸੇ ਸ਼ੇਅਰਿੰਗ ਫੰਡ 'ਚ ਪਾ ਲਓ। ਜਦੋਂ ਆਪਾਂ ਕਿਤੇ ਬਾਹਰ ਖਾਣ ਜਾਂਦੇ ਹਾਂ ਆਪਾਂ ਹਰ ਵੇਲੇ ਆਪਾਂ ਬੱਚੇ ਨੂੰ ਕਹਿੰਦੇ ਮੈਂ ਪੇ ਕਰ ਦਿੰਦੇ ਹਾਂ। ਜ਼ਰੂਰੀ ਹੈ ਕਿ ਬੱਚਾ ਆਪਣਾ ਡੈਬਿਟ ਕਾਰਡ ਯੂਜ਼ ਕਰਨਾ ਸਿੱਖੇ। ਮੇਰੇ ਅਕਾਊਂਟ 'ਚ ਇੰਨੇ ਪੈਸੇ ਹੈ, ਜੇ ਮੈਂ ਕੁਛ ਖਾਣਾ ਹੈ ਤਾਂ ਡੈਬਿਟ ਕਾਰਡ ਨਾਲ ਖਰਚ ਕੇ ਕਿੰਨੇ ਦਾ ਖਾ ਸਕਦਾ। ਆਪਾਂ ਬੱਚਿਆਂ ਨੂੰ ਚਾਹੁੰਦੇ ਹਾਂ ਕਿ ਉਹ ਇੰਡੀਪੈਂਡੈਂਟ ਹੋਣ ਤਾਂ ਕਿ ਉਹ ਕੱਲ੍ਹ ਨੂੰ ਇਹ ਸਾਰੀ ਚੀਜ਼ਾਂ ਆਪ ਕਰ ਸਕਣ। ਸੋਨੀਆ ਤੁਸੀਂ ਬੜੀ ਅੱਛੀ ਟਿਪ ਦਿੱਤੀ ਕਿ ਬੱਚਿਆਂ ਨੂੰ ਸ਼ੁਰੂਆਤ ਕਿਵੇਂ ਕੀਤੀ ਜਾਏ, ਪਿੱਗੀ ਬੈਂਕ ਤੋਂ ਕੀਤੀ ਜਾਏ, ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਜਾਏ ਵੀ ਇੰਨੇ $, ਇਹਦੇ 'ਚ ਪਾਓ, ਇੰਨੇ ਇਹਦੇ 'ਚ ਪਾਓ। ਹੋਰ ਕੀ ਟਿਪਸ ਹੈਗੀਆਂ ਜੀ ਜੇ ਬਜਟਿੰਗ ਕਰਨੀ ਹੈਗੀ ਆ ਫੈਮਿਲੀ ਨੇ ਜਾਂ ਬੱਚਿਆਂ ਨੇ, ਜਾਂ ਸੇਵਿੰਗ ਕਰਨੀ ਹੈ, ਕੀ ਟਿਪਸ ਹੈਗੀਆਂ ਨੇ? ਆਈ ਥਿੰਕ ਜਿਵੇਂ ਤੁਸੀਂ ਕਿਹਾ ਜੈਸਮਨ, ਬਜਟਿੰਗ ਬਹੁਤ ਜ਼ਰੂਰੀ ਹੈਗੀ ਹੈ। ਆਪਾਂ ਜੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੀ ਸਿੱਖ ਦਈਏ ਕਿ ਤੁਸੀਂ ਕਿਹੜੇ ਪੈਸੇ ਖਰਚ ਸਕਦੇ ਹੋ, ਕਿਹੜੇ ਪੈਸੇ ਸੇਵ ਕਰ ਸਕਦੇ ਹੋ ਅਤੇ ਕਿਹੜੇ ਪੈਸੇ ਤੁਸੀਂ ਸ਼ੇਅਰ ਕਰ ਸਕਦੇ ਹੋ, ਉਹ ਸਿਖਾਉਣਾ ਬਹੁਤ ਜ਼ਰੂਰੀ ਹੈ। ਬਜਟਿੰਗ ਵਿੱਚ ਜੇ ਤੁਹਾਨੂੰ ਬਰਥਡੇ ਮਨੀ ਮਿਲੀ ਹੈਗੀ ਹੈ, ਬੱਚਿਆਂ ਨੂੰ ਚਾਹ ਹੁੰਦਾ ਜੀ ਮੈਂ ਹੁਣ ਨਵਾਂ ਟੋਏ ਲਵਾਂਗਾ, ਪਰ
ਕਿ ਉਹ ਟੋਏ ਉਹਨਾਂ ਦੀ ਜ਼ਰੂਰਤ ਹੈਗੀ ਆ, ਨੀਡ ਹੈਗੀ ਆ, ਕਿ ਉਹਨਾਂ ਦੀ ਚਾਹ ਹੈਗੀ ਆ, ਉਹਨਾਂ ਦੀ ਵਾਂਟ ਹੈਗੀ ਆ। ਸੋ ਉਹ ਬਹੁਤ ਜ਼ਰੂਰੀ ਹੈ ਕਿ ਆਪਾਂ ਬੱਚੇ ਨਾਲ ਗੱਲ ਕਰੀਏ ਕਿ ਜੇ ਟੋਏ ਦੀ ਗੱਲ ਹੈ, ਕਿੰਨੇ ਟੋਇਜ਼ ਹੈਗੇ ਆ, ਕਿਹੜਾ ਟੋਏ ਕਦੋਂ ਚਾਹੀਦਾ ਹੈਗਾ, ਹੈ ਨਾ, ਉਹਨਾਂ ਨੂੰ ਸਮਝਾਉਣਾ ਪੈਂਦਾ। ਪਰ ਜੇ ਉਹ ਕਿਸੇ ਵੱਡੀ ਚੀਜ਼ ਦੀ ਗੱਲ ਕਰ ਰਹੇ ਨੇ ਤਾਂ ਉਹਨਾਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ ਕਿ ਉਹਦੀ ਕਾਸਟ ਕਿੰਨੀ ਹੈਗੀ ਹੈ। ਅੱਜ ਉਹਨਾਂ ਨੂੰ ਜੇ ਬਰਥਡੇ ਮਨੀ $100 ਮਿਲੇ ਹੈ, ਪਰ ਜੇ ਉਹ ਲੈਪਟਾਪ $1500 ਦਾ ਹੈਗਾ, ਉਹਨਾਂ ਨੂੰ ਕਿੰਨੇ ਵਾਰ ਬਰਥਡੇਜ਼ ਬਣਾਉਣੇ ਪੈਣੇ ਨੇ, ਜਾਂ ਫਿਰ ਕਿੰਨੇ ਪੈਸੇ ਆਪਣੇ ਪੱਲਿਓਂ ਪਾਉਣੇ ਪੈਣੇ ਨੇ ਆਪਣੇ ਸੇਵਿੰਗ ਅਕਾਊਂਟ ਵਿੱਚ, ਕਿ ਉਹ ਜਦੋਂ ਉਹਨਾਂ ਨੂੰ ਕੋਈ ਵੀ ਅਸੀਂ ਮੰਥਲੀ ਅਲਾਊਂਸ ਬੱਚਿਆਂ ਨੂੰ ਕਈ ਵਾਰ ਪੇਰੈਂਟਸ ਦਿੰਦੇ ਹੈਗੇ ਆ, ਕਿ ਉਹਦੇ ਵਿੱਚੋਂ ਆਪਾਂ ਉਹਨਾਂ ਨੂੰ ਸਿਖਾ ਸਕਦੇ ਹਾਂ ਵੀ ਠੀਕ ਹੈ ਜੀ, ਤੁਸੀਂ ਲੈਪਟਾਪ ਲੈਣਾ, ਤੁਹਾਡੇ 2 ਸਾਲ ਰਹਿ ਗਏ, ਜੇ ਤੁਸੀਂ ਐਵਰੀ ਮੰਥ ਇੰਨੇ ਪੈਸੇ ਜੋੜੋਗੇ ਤਾਂ ਤੁਸੀਂ ਉੱਥੇ ਗੋਲ ਤੇ ਪਹੁੰਚ ਸਕਦੇ ਹੈਗੇ ਹੋ, ਜਾਂ ਕੋਈ ਵੀ ਛੋਟੀ ਤੁਸੀਂ ਸੇਵਿੰਗ ਸਟਾਰਟ ਕਰ ਸਕਦੇ ਹੈਗੇ ਹੋ ਸਕਦਾ ਵੀ ਅੱਜ ਉਹਨਾਂ ਦਾ ਕੋਈ ਗੋਲ ਨਾ ਹੋਵੇ, ਪਰ ਆਪਾਂ ਨੂੰ ਫਿਰ ਵੀ ਆਈ ਵੁੱਡ ਸੇ ਕਿ ਆਪਾਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹਾਂ ਕਿ ਮੇਬੀ ਕੁਛ ਵੀ ਤੁਸੀਂ ਸੇਵਿੰਗਸ ਸ਼ੁਰੂ ਕਰੋ। ਇੱਕ ਸੇਵਿੰਗਸ ਡੇ ਹੀ ਕਹਿ ਲਓ ਭਾਵੇਂ, ਐਵਰੀ ਫਰਾਈਡੇ ਮੈਂ ਸੇਵ ਕਰਾਂਗਾ, ਪਹਿਲਾਂ ਆਪਣੇ ਆਪ ਨੂੰ ਪੇ ਕਰੋ। ਤੁਹਾਨੂੰ ਅਲਾਊਂਸ $25 ਦਾ ਮਿਲਿਆ, ਤੁਸੀਂ ਸੇਵਿੰਗਸ ਡੇ ਤੇ ਉਸ ਅਕਾਊਂਟ ਵਿੱਚ ਕਿੰਨੇ ਪੈਸੇ ਪਾਓਗੇ। ਜਿਵੇਂ ਕਿ ਮੈਂ ਕਿਹਾ, ਇੱਕ ਬਜਟਿੰਗ ਪਿੱਗੀ ਬੈਂਕ ਰੱਖ ਲਓ, ਇੱਕ ਸੇਵਿੰਗਸ ਪਿੱਗੀ ਬੈਂਕ ਰੱਖ ਲਓ। ਜੇ ਬੱਚਿਆਂ ਨੂੰ ਆਪਾਂ ਮਹੀਨੇ ਦੇ ਬਿਗਿਨਿੰਗ ਦੇ ਵਿੱਚ ਹੀ ਕੋਈ ਅਲਾਊਂਸ ਦਿੰਦੇ ਆ, ਆਪਾਂ ਬੱਚਿਆਂ ਨੂੰ ਕਹਿ ਸਕਦੇ ਹਾਂ ਠੀਕ ਹੈ, ਤੁਸੀਂ ਇੱਕ ਪੈਸੇ ਇਹਦੇ 'ਚ ਪਾਓਗੇ ਜਿਹੜੇ ਤੁਸੀਂ ਪੂਰੇ ਮਹੀਨੇ ਖਰਚਣੇ ਨੇ, ਇੱਕ ਤੁਸੀਂ ਹਰ ਹਫਤੇ ਸੇਵਿੰਗਸ ਡੇ ਜਿਹੜਾ ਆਪਾਂ ਸੋਚਿਆ ਹੈਗਾ ਫਰਾਈਡੇ ਨੂੰ ਜਾਂ ਸੈਟਰਡੇ ਨੂੰ, ਉਹਦੇ ਵਿੱਚ ਵੀ ਪੈਸੇ ਪਾਉਣੇ ਨੇ। ਸੋ ਤੁਸੀਂ ਉਹ ਸੇਵਿੰਗਸ ਪਲਾਨ ਸ਼ੁਰੂ ਕਰ ਸਕਦੇ ਹੋ। ਨਿੱਕੀ ਜਿਹੀ ਚੀਜ਼ ਘਰੋਂ ਸ਼ੁਰੂ ਹੁੰਦੀ ਹੈ, ਪਰ ਜਦੋਂ ਤੁਸੀਂ ਅਕਾਊਂਟ ਖੋਲਦੇ ਹੋ, ਇਹੀ ਚੀਜ਼ਾਂ ਬੱਚੇ ਫਿਰ ਅਕਾਊਂਟ ਵੱਲ ਨੂੰ ਕੈਰੀ ਫਾਰਵਰਡ ਕਰ ਸਕਦੇ ਨੇ। ਠੀਕ ਹੈ, ਮੇਰੇ ਅਕਾਊਂਟ ਦੇ ਵਿੱਚ ਅੱਜ ਪੇਰੈਂਟਸ ਨੇ $100 ਪਾਇਆ ਹੈਗਾ, ਤੇ ਮੈਂ ਇਸ 'ਚੋਂ ਕੀ ਖਰਚਣਾ ਮਹੀਨੇ ਦੇ ਵਿੱਚ, ਤੇ ਐਵਰੀ ਫਰਾਈਡੇ ਨੂੰ ਮੈਂ ਜਿਹੜਾ ਸੇਵਿੰਗ ਡੇ ਹੈਗਾ ਉਹਦੇ ਵਿੱਚ ਆਪਣੇ ਅਕਾਊਂਟ 'ਚ ਆਟੋਮੈਟਿਕ ਪਲਾਨ, ਅਸੀਂ ਇਹਨੂੰ ਪ੍ਰੀ ਆਥੋਰਾਈਜ਼ਡ ਟ੍ਰਾਂਸਫਰ ਕਹਿੰਦੇ ਹੈਗੇ ਆ, OTD ਵਿੱਚ ਆਪਾਂ ਸਰਵਿਸ ਸੈਟਅਪ ਕਰ ਸਕਦੇ ਹਾਂ। ਪਰ ਆਈ ਥਿੰਕ ਬਜਟਿੰਗ ਤੇ ਸੇਵਿੰਗ ਦੇ ਨਾਲ ਉਹਨਾਂ ਦੀ ਜਿਹੜੀ ਵਾਂਟਸ ਤੇ ਨੀਡ, ਕੀ ਜ਼ਰੂਰਤਾਂ ਜ਼ਰੂਰੀ ਨੇ ਤੇ ਕੀ ਚਾਹ ਹੈਗੀਆਂ ਉਹਨਾਂ ਦੀਆਂ, ਉਹਨਾਂ ਬਾਰੇ ਉਹਨਾਂ ਨੂੰ ਸਮਝਾਉਣਾ, ਬਹਿ ਕੇ ਗੱਲ ਕਰਨੀ, ਓਨੈਸਟਲੀ ਇਹਨਾਂ ਨੂੰ ਐਗਜ਼ਾਮਪਲ ਸ਼ੇਅਰ ਕਰਨੇ ਬਹੁਤ ਜ਼ਰੂਰੀ ਆ। ਆਈ ਥਿੰਕ ਇਹ ਹੋਊਗਾ ਤਾਂ ਹੀ ਜੇ ਆਪਾਂ ਬਹਿ ਕੇ ਘਰੇ ਗੱਲ ਕਰਾਂਗੇ। ਆਪਾਂ ਹੋਰ ਬਹੁਤ ਸਾਰੀਆਂ ਗੱਲਾਂ ਕਰ ਲੈਂਦੇ ਹਾਂ, ਪਰ ਸਾਡੇ ਘਰਾਂ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਗੱਲਬਾਤ ਹੈਗੀ ਹੈ ਨਾ ਬੱਚਿਆਂ ਦੇ ਨਾਲ, ਉਹ ਹੁੰਦੀ ਨਹੀਂ। ਆਪਾਂ ਹਮੇਸ਼ਾ ਅਵੋਇਡ ਕਰਦੇ ਹਾਂ ਬੱਚਿਆਂ ਦੇ ਨਾਲ ਫਾਈਨੈਂਸਿਸ ਦੀ ਗੱਲ ਕਰਨੀ। ਜੇ ਗੱਲ ਵੀ ਕਰਨੀ ਹੈ ਬੱਚਿਆਂ ਦੇ ਸਾਹਮਣੇ ਕਿਉਂ ਕਰਨੀ, ਇਹ ਕਹਿ ਦਿੱਤਾ ਜਾਂਦਾ। ਪਰ ਆਈ ਥਿੰਕ ਜਿਹੜੀਆਂ ਤੁਸੀਂ ਸੋਹਣੀਆਂ ਟਿਪਸ ਦਿੱਤੀਆਂ ਜਾਂ ਜਿਹੜੀ ਤੁਸੀਂ ਸਲਾਹ ਦਿੱਤੀ ਹੈਗੀ ਹੈ ਕਿ ਜਦੋਂ ਛੋਟੀ ਉਮਰ ਤੋਂ ਆਪਾਂ ਬੱਚਿਆਂ ਨੂੰ ਇਨਵੋਲਵ ਕਰਾਂਗੇ ਉਹਨਾਂ ਚੀਜ਼ਾਂ ਦੇ ਵਿੱਚ, ਨਾ ਅਸੀਂ ਆਪ ਉਹਨਾਂ ਲਈ ਸੇਵਿੰਗਸ ਕਰ ਸਕਦੇ ਹਾਂ, ਸਗੋਂ ਉਹਨਾਂ ਨੂੰ ਵੀ ਸਿਖਾ ਸਕਦੇ ਹਾਂ ਵੀ ਫਿਊਚਰ 'ਚ ਸੇਵਿੰਗਸ ਕਿਵੇਂ ਕਰਨੀਆਂ ਹੈਗੀਆਂ। ਜਿਹੜੇ ਤੁਸੀਂ ਅਕਾਊਂਟ ਦੀ ਗੱਲ ਕੀਤੀ ਸੀ, ਉਹਦੇ 'ਤੇ ਵੀ ਕੁਝ ਤੁਸੀਂ ਦੱਸ ਸਕਦੇ ਹੋ ਕਿ TD ਇਸ ਟਾਈਮ ਕਿੱਦਾਂ ਦਾ ਅਕਾਊਂਟ ਹੈਗਾ ਬੱਚਿਆਂ ਦਾ ਜੇ ਸ਼ੁਰੂ ਕਰਨਾ, ਜਿਹੜੇ ਪੇਰੈਂਟਸ ਅੱਜ ਸੁਣ ਰਹੇ ਨੇ ਉਹਨਾਂ ਨੂੰ ਲੱਗਦਾ ਹੋਵੇ ਵੀ ਅਸੀਂ ਖੁਲਾਇਆ ਨਹੀਂ ਹੈ, ਸੋ ਅੱਜ ਮੌਕਾ ਹੈਗਾ ਖੁਲਾਉਣ ਦਾ, ਤਾਂ ਕਿਵੇਂ ਕੀ ਕੋਈ ਪ੍ਰਮੋਸ਼ਨਸ ਹੈਗੀਆਂ ਨੇ ਇਸ ਵੇਲੇ? ਹਾਂਜੀ, ਨਹੀਂ, TD ਵਿੱਚ ਅਸੀਂ ਸਟੂਡੈਂਟ ਅਕਾਊਂਟ ਇੱਕ ਯੂਥ ਵਾਸਤੇ ਆਫਰ ਕਰਦੇ ਹੈਗੇ ਆ। ਉਹਦੇ ਵਿੱਚ ਅਨਲਿਮਿਟਿਡ ਟ੍ਰਾਂਜੈਕਸ਼ਨਸ ਹੈਗੀਆਂ, ਉਹਦੇ ਵਿੱਚ ਸਾਨੂੰ ਮੰਥਲੀ ਕੋਈ ਬੈਲੈਂਸ ਰੱਖਣ ਦੀ ਲੋੜ ਨਹੀਂ ਹੈਗੀ ਹੈ, ਤੇ ਕੋਈ ਮੰਥਲੀ ਫੀਸ ਨਹੀਂ ਹੈਗੀ ਹੈ। ਜਿਹੜੇ ਬੱਚੇ ਆਪਣੇ ਫੋਨ ਦੇ ਉੱਤੇ ਟ੍ਰਾਂਜੈਕਸ਼ਨ ਸਿੱਖਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਫਿਰ TD ਦੀ ਇੱਕ ਐਪ ਹੈਗੀ ਹੈ ਜਿਹਦੇ ਤੇ ਉਹ ਟ੍ਰਾਂਜੈਕਸ਼ਨਸ ਦੇਖ ਸਕਦੇ ਨੇ। ਟ੍ਰਾਂਸਫਰ, ਜੇ ਆਪਣੇ ਫਰੈਂਡਸ ਨਾਲ ਕਿਤੇ ਬਾਹਰ ਖਾਣ ਗਏ ਨੇ, ਉਹਨਾਂ ਨੂੰ ਟ੍ਰਾਂਸਫਰ ਕਰਨਾ ਸਿਖਾ ਸਕਦੇ ਹੈਗੇ ਆ। ਪਰ ਜੇ ਅਕਾਊਂਟ ਦੀ ਗੱਲ ਕੀਤੀ ਜਾਵੇ, ਹਾਂਜੀ, ਜੇ ਤੁਸੀਂ ਆਪਣੇ ਬੱਚਿਆਂ ਦਾ ਨਵਾਂ ਅਕਾਊਂਟ ਖੋਲ ਰਹੇ ਹੋ ਪਹਿਲੀ ਵਾਰ, ਜੇ ਤੁਸੀਂ ਪਹਿਲੇ 30 ਦਿਨਾਂ ਵਿੱਚ $25 ਪਾਉਣੇ ਹੈਗੇ ਹੋ, ਤਾਂ ਬੈਂਕ $10 ਐਜ਼ ਅ ਪ੍ਰਮੋਸ਼ਨ ਵਿੱਚ ਪਾਊਗਾ। ਅਗਲੇ 31 ਤੋਂ 60 ਦਿਨਾਂ ਦੇ ਵਿੱਚ ਜੇ ਤੁਸੀਂ ਫਿਰ ਤੋਂ $25 ਪਾਉਂਦੇ ਹੋ, ਤੁਹਾਨੂੰ $10 ਦਾ ਹੋਰ ਉਹਦੇ ਵਿੱਚ ਪ੍ਰਮੋਸ਼ਨਲ ਬੋਨਸ ਦਿੱਤਾ ਜਾਵੇਗਾ। ਸੋ ਇਹ ਵਨ ਟਾਈਮ ਦਾ ਹੈਗਾ। ਜੇ ਤੁਸੀਂ ਆਪਣੇ ਬੱਚਿਆਂ ਦਾ ਅਕਾਊਂਟ ਨਹੀਂ ਖੋਲ੍ਹਿਆ ਹੈਗਾ, 18 ਸਾਲ ਤੋਂ ਥੱਲੇ ਬੱਚਿਆਂ ਦਾ, ਮੈਂ ਬਹੁਤ ਸਟਰੋਂਗਲੀ ਰეკਮੈਂਡ ਅਸੀਂ TD ਕਰਦੇ ਹਾਂ ਵੀ ਤੁਸੀਂ ਆਓ, ਇਹ ਪ੍ਰਮੋਸ਼ਨ ਦਾ ਆਫਰ ਦਾ ਫਾਇਦਾ ਲਓ ਤੇ ਆਪਣੇ ਬੱਚਿਆਂ ਦਾ ਅਕਾਊਂਟ ਸ਼ੁਰੂ ਕਰੋ। ਫਾਈਨੈਂਸ਼ੀਅਲ ਲਿਟਰੇਸੀ, ਸੋਨੀਆ, ਹੁਣ ਤੁਸੀਂ ਬ੍ਰਾਂਚ ਮੈਨੇਜਰ ਹੋ, ਤੁਸੀਂ ਕੰਮ ਕਰਦੇ ਹੋ, 16 ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ। ਕਿੰਨੀ ਕੁ ਫਾਈਨੈਂਸ਼ੀਅਲ ਲਿਟਰੇਸੀ ਹੈਗੀ ਹੈ ਲੋਕਾਂ ਨੂੰ ਜਦੋਂ ਬੱਚਿਆਂ ਦੇ ਅਕਾਊਂਟਸ ਦੀ ਜਾਂ ਬੱਚਿਆਂ ਨਾਲ ਫਾਈਨੈਂਸ਼ੀਅਲ ਗੱਲਾਂ ਬਾਤਾਂ ਕਰਨ ਦੀ ਗੱਲ ਆਉਂਦੀ ਹੈਗੀ ਹੈ? ਜੈਸਮੀਨ, ਜਿਵੇਂ ਤੁਸੀਂ ਕਿਹਾ, ਇਸ ਸਰਵੇ ਵਿੱਚ ਬਹੁਤ ਚੀਜ਼ਾਂ ਬਾਹਰ ਆਈਆਂ ਕਿ ਪੇਰੈਂਟਸ ਵਰੀ ਕਰਦੇ ਨੇ, 58% ਫਾਈਨੈਂਸ਼ੀਅਲ ਫਿਊਚਰ ਬਾਰੇ ਵਰੀ ਕਰਦੇ ਨੇ, 66% ਜਿਹੜੇ ਹੈਗੇ ਨੇ ਉਹ ਚਾਹੁੰਦੇ ਨੇ ਕਿ ਸਾਡੇ ਬੱਚਿਆਂ ਨੂੰ ਦਿੱਤੀ ਜਾਵੇ ਫਾਈਨੈਂਸ਼ੀਅਲ ਨੌਲੇਜ, ਉਹਨਾਂ ਦੇ ਏਜ ਅਪਰੋਪਰੀਏਟ, ਤੇ ਉਹਨਾਂ ਨੂੰ ਅੱਗੇ ਜਾ ਕੇ ਹੈਲਪ ਹੋਊਗੀ। ਉਹਦੇ ਨਾਲ ਇਹ ਬਹੁਤ ਜ਼ਰੂਰੀ ਹੈ, ਜਿਵੇਂ ਤੁਸੀਂ ਕਿਹਾ, ਕਿ ਉਹ ਬੱਚਿਆਂ ਨੂੰ ਆਪਣੇ ਨਾਲ ਰੱਖ ਕੇ ਧਰਨਾ, ਉਹਨਾਂ ਨਾਲ ਬਜਟਿੰਗ ਦੀ ਗੱਲ ਕਰਨੀ, ਉਹਨਾਂ ਦੇ ਨਾਲ ਸੇਵਿੰਗ ਦੀ ਗੱਲ ਕਰਨੀ, ਕੀ ਸਪੈਂਡਿੰਗ ਦੀ ਗੱਲ ਕਰਨੀ। ਪਰ ਜੇ ਆਪਾਂ ਕਹੀਏ ਅਕਾਊਂਟ ਖੋਲ੍ਹਣਾ ਕਿਸੇ ਵੀ ਏਜ 'ਤੇ ਖੋਲ੍ਹਿਆ ਜਾ ਸਕਦਾ ਹੈਗਾ, ਕਿਸੇ ਵੀ ਏਜ 'ਤੇ ਆਪਾਂ ਬੱਚਿਆਂ ਦਾ ਅਕਾਊਂਟ ਖੋਲ੍ਹ ਸਕਦੇ ਹਾਂ। ਉਹਨਾਂ ਨੂੰ ਥੋੜ੍ਹੇ ਬਹੁਤ ਪੈਸੇ ਜਦੋਂ ਵੀ ਆਪਾਂ ਖੋਲ੍ਹਦੇ ਹਾਂ, ਜੇ ਛੋਟੇ ਨੇ ਤਾਂ ਨਾਲ ਲੈ ਕੇ ਜਾਈਏ, ਸਿਖਾਈਏ ਵੀ ਅੱਜ ਤੈਨੂੰ ਅਸੀਂ ਇੰਨੇ ਪੈਸੇ ਦੇ ਰਹੇ ਹਾਂ, ਉਹਨਾਂ ਦਾ ਪਿੱਗੀ ਬੈਂਕ ਨਾਲ ਲੈ ਕੇ ਜਾਂਦੇ ਹਾਂ। ਸੋ ਪੇਰੈਂਟਸ ਡੈਫੀਨੇਟਲੀ ਆਉਂਦੇ ਨੇ ਬ੍ਰਾਂਚਿਸ ਵਿੱਚ ਸਾਡੇ, ਜਿਹੜੇ ਉਹ ਰੈਡੀ ਨੇ ਆਪਣੇ ਬੱਚਿਆਂ ਦੇ ਅਕਾਊਂਟ ਖੋਲ੍ਹਣ ਵਾਸਤੇ, ਉਹ ਆਲਰੇਡੀ ਪਿੱਗੀ ਬੈਂਕ ਲੈ ਕੇ ਆਉਂਦੇ। ਬੱਚਿਆਂ ਦੀ ਐਕਸਾਈਟਮੈਂਟ ਬਹੁਤ ਦੇਖਣ ਵਾਲੀ ਹੁੰਦੀ ਹੈ। ਪਰ ਜਿਨ੍ਹਾਂ ਦੇ ਕੋਲ ਪਿੱਗੀ ਬੈਂਕ ਨਹੀਂ ਹੈ, ਜਿਹੜੇ ਬਹੁਤ ਛੋਟੇ ਏਜ 'ਤੇ ਸ਼ੁਰੂ ਕਰਨਾ ਚਾਹੁੰਦੇ ਆ, ਉਹਨਾਂ ਨੂੰ ਜਿਵੇਂ ਕਿ ਮੈਂ ਕਿਹਾ, ਅਸੀਂ ਬ੍ਰਾਂਚ ਵਿੱਚ ਪਿੱਗੀ ਬੈਂਕਸ ਦਿੰਦੇ ਹਾਂ, ਐਕਟੀਵਿਟੀ ਕਲਰਿੰਗ ਬੁੱਕਸ ਦਿੰਦੇ ਹਾਂ, ਅਸੀਂ ਉਹਨਾਂ ਨੂੰ ਬ੍ਰਾਂਚ ਦਾ ਟੂਰ ਵੀ ਦਿੰਦੇ
ਕਰਨੇ ਆ। ਸੋ ਉਹ ਸਾਰੀ ਐਕਸਾਈਟਮੈਂਟ ਬਿਲਡ ਕਰਨ ਨੂੰ ਕਿ ਹਾਂਜੀ ਜੀ ਮੈਂ ਬੈਂਕ ਜਾ ਕੇ ਆਪਣੇ ਪੈਸੇ ਸੇਵ ਕਰਨੇ ਆ। ਅਸੀਂ ਉਹਨਾਂ ਨੂੰ ਸਪੈਂਡਿੰਗ ਪੇਰੈਂਟਸ ਨੂੰ ਸਪੈਂਡਿੰਗ ਦੇ ਬਾਰੇ ਦੱਸਦੇ ਆ ਕਿ ਕੀ ਬੱਚਿਆਂ ਨੂੰ ਤੁਸੀਂ ਸਿਖਾ ਸਕਦੇ ਹੋ, ਕੀ ਚੀਜ਼ਾਂ ਸਪੈਂਡ ਕਰਨੀ ਹੈਗੀ ਆ, ਕਿਸ ਤਰ੍ਹਾਂ ਉਹ ਸਪੈਂਡ ਕਰਕੇ ਟਰੈਕ ਕਰ ਸਕਦੇ ਨੇ ਮਾਈ ਸਪੈਂਡ ਐਪ ਦੇ ਬਾਰੇ, ਕਿਵੇਂ ਉਹ ਸੇਵ ਕਰ ਸਕਦੇ ਨੇ। ਅਸੀਂ ਸੇਵਿੰਗ ਦੇ ਟਿਪਸ ਵੀ ਦਿੰਦੇ ਹੈਗੇ ਆ। ਨਾਲ ਦੀ ਨਾਲ ਤੁਸੀਂ ਬੱਚਿਆਂ ਨੂੰ ਐਜੂਕੇਟ ਕਰਨਾ ਚਾਹੁੰਦੇ, ਸਪੈਸ਼ਲੀ ਜਿਹੜੇ ਵੱਡੇ ਬੱਚੇ ਨੇ ਜਿਨ੍ਹਾਂ ਨੇ ਕੱਲ੍ਹ ਨੂੰ ਕ੍ਰੈਡਿਟ ਕਾਰਡ ਸਾਈਨ ਅਪ ਕਰਨੇ ਨੇ, ਜਿਹੜੇ 15 ਤੋਂ 16 17 18 ਸਾਲ ਦੀ ਉਮਰ 'ਚ ਨੇ, ਜਦੋਂ ਉਹਨਾਂ ਨੇ BC ਵਿੱਚ 19 ਸਾਲ ਦੇ ਹੋਣਾ ਹੈਗਾ, ਉਹਨਾਂ ਨੂੰ ਕ੍ਰੈਡਿਟ ਕਾਰਡ ਮਿਲ ਜਾਣਾ ਆ। ਕਿਵੇਂ ਉਹਦੀ ਇੱਕ ਮਿਨੀਮਮ ਪੇਮੈਂਟ ਜ਼ਰੂਰੀ ਹੁੰਦੀ ਹੈ, ਕਿਵੇਂ ਉਹ ਕ੍ਰੈਡਿਟ ਕਾਰਡ ਦੀ ਡਿਊ ਡੇਟ ਆਉਂਦੀ ਹੈਗੀ ਹੈ, ਕੀ ਤੁਸੀਂ ਖਰਚ ਰਹੇ ਹੋ ਅਤੇ ਕੀ ਤੁਹਾਡੇ ਕੋਲ ਉਹਨੂੰ ਪੇ ਬੈਕ ਕਰਨ ਵਾਸਤੇ ਬੈਂਕ ਨੂੰ ਪੈਸੇ ਹੈਗੇ ਨੇ। ਜੇ ਹੈਗੇ ਆ ਤਾਂ ਉਹ ਸੇਵਿੰਗਸ 'ਚੋਂ ਕੱਢ ਸਕਦੇ ਹੋ, ਜਾਂ ਤੁਸੀਂ ਆਪਣੇ ਡੇ ਟੂ ਡੇ ਜਿਹੜਾ ਤੁਸੀਂ ਆਪਣਾ ਬਜਟਿੰਗ ਮਤਲਬ ਬਜਟ ਬਣਾਇਆ ਹੋਇਆ ਉਹਦੇ 'ਚੋਂ ਕੱਢ ਸਕਦੇ ਹੈਗੇ। ਠੀਕ ਹੈ। RESP ਬਾਰੇ ਥੋੜ੍ਹਾ ਜਿਹਾ ਦੱਸ ਸਕਦੇ ਹੋ ਸੋਨੀਆ? ਹਾਂਜੀ ਜੀ, RESP ਜਿਹੜਾ ਹੈਗਾ ਐਜੂਕੇਸ਼ਨ ਪਲਾਨ ਹੈਗਾ ਜਿਹੜਾ ਗਵਰਨਮੈਂਟ ਆਫਰ ਕਰਦੀ ਹੈ ਆਪਣੇ ਪੇਰੈਂਟਸ ਨੂੰ ਬੱਚਿਆਂ ਵਾਸਤੇ ਅਕਾਊਂਟ ਖੋਲ੍ਹਣ ਵਾਸਤੇ। ਹਰ ਬੱਚੇ ਜਿਹੜਾ ਕਿ 18 ਸਾਲ ਤੋਂ ਥੱਲੇ ਹੈਗਾ ਉਹਨਾਂ ਨੂੰ ਇਹ ਪਲਾਨ ਆਫਰ ਹੈਗਾ ਆ ਗਵਰਨਮੈਂਟ ਵੱਲੋਂ। ਅਤੇ TD ਵਿੱਚ ਅਸੀਂ ਬਹੁਤ ਡਿਫਰੈਂਟ ਟਾਈਪਸ ਆਫ ਇਨਵੈਸਟਮੈਂਟਸ ਆਫਰ ਕਰਦੇ ਹੈਗੇ ਆ। ਇੱਕ ਹੁੰਦਾ ਸੇਵ ਕਰਨਾ, ਇੱਕ ਹੁੰਦਾ ਉਹ ਸੇਵਿੰਗ ਨੂੰ ਇਨਵੈਸਟ ਕਰਨਾ। ਸੋ RESP ਦੇ ਬਹੁਤ ਤਰ੍ਹਾਂ ਦੇ ਸੇਵਿੰਗ ਪਲਾਨ ਅਸੀਂ ਆਫਰ ਕਰਦੇ ਹੈਗੇ ਆ। ਤੁਸੀਂ ਉਹਨਾਂ ਨੂੰ GIC ਵਿੱਚ ਪਾ ਸਕਦੇ ਜਿਹਨੂੰ ਕਿ ਆਪਾਂ ਫਿਕਸ ਡਿਪੋਜ਼ਿਟ ਵੀ ਕਹਿੰਦੇ ਹੈਗੇ ਆ, ਜਾਂ ਫਿਰ ਤੁਸੀਂ ਉਹਨਾਂ ਨੂੰ ਇਨਵੈਸਟਮੈਂਟ ਜਿਹੜੀ ਕਿ ਸਟਾਕਸ ਵਗੈਰਾ ਵਿੱਚ ਪਾ ਸਕਦੇ ਹੋ, ਮਿਊਚੁਅਲ ਫੰਡਸ ਵਿੱਚ ਹੈਗੇ ਆ। ਸੋ ਡਿਫਰੈਂਟ ਆਪਸ਼ਨਸ ਅਵੇਲੇਬਲ ਹੈਗੀਆਂ। ਤੁਸੀਂ ਕਿਵੇਂ RESP ਨੂੰ ਸੇਵ ਕਰਕੇ ਵਧਾ ਸਕਦੇ ਹੋ ਫਿਊਚਰ ਵਾਸਤੇ। ਇਨਵੈਸਟਿੰਗ ਕਰਨੀ ਜ਼ਰੂਰੀ ਹੈਗੀ ਹੈ, ਕਿਉਂਕਿ ਜੇ ਆਪਾਂ ਛੋਟੇ ਹੁੰਦੇ ਤੋਂ ਸ਼ੁਰੂ ਕਰ ਰਹੇ ਹਾਂ, ਜਦੋਂ ਨੂੰ ਉਹਨਾਂ ਨੂੰ ਪੈਸੇ ਚਾਹੀਦੇ ਆ ਇਨਫਲੇਸ਼ਨ ਦੇ ਹਿਸਾਬ ਨਾਲ, ਅਫੋਰਡੇਬਿਲਿਟੀ ਦੇ ਹਿਸਾਬ ਨਾਲ, ਕੀ ਉਹ ਉਦੋਂ ਤੱਕ ਪੂਰੇ ਪੈਣਗੇ ਜਦੋਂ ਉਹਨਾਂ ਨੇ ਐਜੂਕੇਸ਼ਨ ਕਰਨੀ ਹੈਗੀ ਆ। ਤਾਂ ਕਰਕੇ ਬਹੁਤ ਜ਼ਰੂਰੀ ਹੈ ਕਿ RESP ਦੇ ਨਾਲ ਨਾਲ ਜਿਹੜਾ ਕਿ ਪੇਰੈਂਟਸ ਖੋਲ੍ਹ ਰਹੇ ਆਪਣੇ ਬੱਚੇ ਵਾਸਤੇ, ਆਪਾਂ ਬੱਚਿਆਂ ਨੂੰ ਵੀ ਸਿਖਾਈਏ ਵੀ ਅਸੀਂ ਤੁਹਾਡੇ ਐਜੂਕੇਸ਼ਨ ਦਾ ਪਲਾਨ ਖੋਲ੍ਹ ਲਿਆ, ਤੁਹਾਡੀ ਸਕੂਲ ਦੀ ਫੀਸ ਦਾ ਖੋਲ੍ਹ ਲਿਆ, ਬਟ ਜਿਹੜੀ ਤੁਹਾਡੀ ਉਸ ਵੇਲੇ ਦੀ ਲੋੜਵੰਦ ਚੀਜ਼ਾਂ ਤੁਹਾਨੂੰ ਚਾਹੀਦੀਆਂ ਹੋਣੀਆਂ ਉਹਦੇ ਵਾਸਤੇ ਮੇਬੀ ਤੁਸੀਂ ਆਪ ਸੇਵ ਕਰਨਾ ਸ਼ੁਰੂ ਕਰੋ। ਸੋ ਉਹਦੇ ਵਾਸਤੇ ਉਹਨਾਂ ਨੂੰ ਸੇਵਿੰਗ ਪਲਾਨ ਸਿਖਾਉਣਾ ਬਹੁਤ ਜ਼ਰੂਰੀ ਆ ਉਹਨਾਂ ਦੀ ਏਜ ਦੇ ਮੁਤਾਬਿਕ। ਸੋਨੀਆ, ਜਦੋਂ ਆਉਂਦੇ ਨੇ ਪੇਰੈਂਟਸ ਆਉਂਦੇ ਹੈਗੇ ਆ, ਜਿਵੇਂ ਸਰਵੇ ਦੇ ਵਿੱਚ ਕਾਫੀ ਚੀਜ਼ਾਂ ਦਾ ਖੁਲਾਸਾ ਹੋਇਆ, ਪਰ ਤੁਸੀਂ ਹੁਣ ਉੱਥੇ ਐਵਰੀਡੇ ਕੰਮ ਕਰਦੇ ਹੋ, ਮੇਜਰ ਕੰਸਰਨ ਕੀ ਹੈਗੇ ਆ ਪੇਰੈਂਟਸ ਦੇ? ਇਨਫਲੇਸ਼ਨ ਇੰਨੀ ਵਧੀ ਹੋਈ ਹੈ, ਫਾਈਨੈਂਸ਼ੀਅਲ ਸਟੇਬਿਲਿਟੀ ਹੈ ਨਹੀਂ ਅੱਜ ਕੱਲ੍ਹ, ਹੈ ਨਾ, ਹਰ ਪਾਸੇ ਤਾਂ ਮਹਿੰਗਾਈ ਛਾਈ ਹੋਈ ਹੈ। ਸੋ ਉਹਨਾਂ ਦੇ ਮੇਜਰ ਕੰਸਰਨ ਕੀ ਹੁੰਦੇ ਨੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ? ਹਾਂਜੀ, ਚੈਲੰਜਿੰਗ ਤਾਂ ਡੈਫੀਨੇਟਲੀ ਇਸ ਵੇਲੇ ਟਾਈਮ ਚੱਲ ਰਿਹਾ ਹੈਗਾ ਜਿਹਦੇ ਵਿੱਚ ਅਫੋਰਡੇਬਿਲਿਟੀ ਬਹੁਤ ਜ਼ਿਆਦਾ ਵੱਡਾ ਕੰਸਰਨ ਹੈ, ਜਿਵੇਂ ਤੁਸੀਂ ਕਿਹਾ। ਪਰ ਉਹਦੇ ਨਾਲ ਨਾਲ ਇੱਕ ਕੰਸਰਨ ਪੇਰੈਂਟਸ ਇਹ ਵੀ ਹੁੰਦਾ ਹੈ ਕਿ ਕੀ ਮੇਰਾ ਬੱਚਾ ਜੋ ਮੈਂ ਅੱਜ ਨੂੰ ਲਾਈਫ ਸਟਾਈਲ ਪ੍ਰੋਵਾਈਡ ਕਰ ਰਿਹਾ ਹੈਗਾ, ਮੈਂ ਬੱਚਿਆਂ ਨੂੰ ਗੇਮਸ 'ਤੇ ਲੈ ਕੇ ਜਾਂਦਾ, ਮੈਂ ਬੱਚਿਆਂ ਨੂੰ ਸਵਿਮਿੰਗ ਹੈਗੀ ਆ, ਬੱਚੇ ਦੀ ਐਜੂਕੇਸ਼ਨ ਹੈ, ਇੱਕ ਸਰਟਨ ਲਾਈਫ ਸਟਾਈਲ ਆਪਾਂ ਬੱਚੇ ਨੂੰ ਦਿੱਤਾ ਹੁੰਦਾ। ਪੇਰੈਂਟਸ ਦਾ ਇਹ ਵੀ ਕੰਸਰਨ ਹੈਗਾ ਕਿ ਕੀ ਇਹ ਬੱਚੇ ਕੱਲ੍ਹ ਨੂੰ ਇਹ ਲਾਈਫ ਸਟਾਈਲ ਅਫੋਰਡ ਕਰ ਸਕਣਗੇ। ਸੋ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਓ ਬ੍ਰਾਂਚ ਵਿੱਚ ਐਡਵਾਈਜ਼ਰ ਨਾਲ ਮਿਲੋ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਜੇ ਉਹ ਇਸ ਏਜ ਹੈਗੇ ਕਿ ਅਸੀਂ ਉਹਨਾਂ ਨੂੰ ਐਕਟੀਵਿਟੀਜ਼ ਦੇ ਰਾਹੀਂ ਸਿਖਾ ਸਕੀਏ, ਗੇਮਸ ਦੇ ਰਾਹੀਂ ਸਿਖਾ ਸਕੀਏ, ਕਿ ਕਾਊਂਟਿੰਗ ਜਿਹਨਾਂ ਨੂੰ ਆਉਂਦੀ ਹੈ ਜਾਂ ਜਿਹਨਾਂ ਨੂੰ ਥੋੜ੍ਹਾ ਬਹੁਤ ਮੈਥਸ ਆਉਂਦਾ ਹੈਗਾ ਵੀ ਕੀ $5 ਹੈ, ਉਸ 'ਚੋਂ ਜੇ $2 ਕੱਢ ਦੋਗੇ ਖਰਚੇ ਵਾਸਤੇ, ਕੈਂਡੀ ਵਾਸਤੇ, ਤਾਂ ਕਿੰਨੇ ਬਚੇ ਨੇ, ਕੀ ਸੇਵਿੰਗ 'ਚ ਪਾ ਸਕਦੇ ਹੋ। ਸੋ ਉਹਦੇ ਨਾਲ ਨਾਲ ਜਿਵੇਂ ਕਿ ਮੈਂ ਕਿਹਾ ਅਸੀਂ ਆਫਰ ਕਰਦੇ ਪਏ ਹਾਂ ਨਿਊ ਅਕਾਊਂਟ ਵਾਸਤੇ। ਤੁਸੀਂ ਜੇ ਪਹਿਲੇ ਅਕਾਊਂਟ ਖੁਲਾ ਰਹੇ ਹੋ, ਪਹਿਲੇ ਮਹੀਨੇ ਵਿੱਚ 30 ਦਿਨਾਂ ਦੇ ਵਿੱਚ $25 ਪਾਉਂਦੇ ਹੋ ਤਾਂ $10 ਉਹਨਾਂ ਨੂੰ ਅਸੀਂ ਪ੍ਰਮੋਸ਼ਨਲ ਬੋਨਸ ਦੇ ਰਹੇ ਹਾਂ, ਅਤੇ ਨੈਕਸਟ ਮੰਥ 31 ਤੋਂ 60 ਦਿਨਾਂ ਦੇ ਵਿੱਚ ਫਿਰ $25 ਪਾਉਂਦੇ ਹੋ ਤਾਂ $10 ਹੋਰ ਮਿਲਦੇ ਆ। ਸੋ ਉਹਨਾਂ ਨੂੰ ਉਹਦਾ ਵੀ ਚਾਅ ਹੋਊਗਾ ਵੀ ਹਾਂਜੀ ਬੈਂਕ ਸਾਨੂੰ ਕੀ ਡਾਲਰ ਦੇ ਰਿਹਾ ਹੈਗਾ ਪ੍ਰਮੋਸ਼ਨਲੀ। ਬਟ ਅਪਾਰਟ ਫਰੋਮ ਦੈਟ RESP ਪੇਰੈਂਟਸ ਓਪਨ ਕਰਦੇ ਨੇ ਬੱਚਿਆਂ ਵਾਸਤੇ, ਗ੍ਰਾਂਟਸ ਆਉਂਦੀਆਂ ਨੇ ਗਵਰਨਮੈਂਟ ਵੱਲੋਂ, ਅਤੇ ਤੁਸੀਂ ਉਹਦੇ 'ਚ ਇਨਵੈਸਟਮੈਂਟ ਕਰਦੇ ਹੋ। ਪਰ ਬੱਚਿਆਂ ਨੂੰ ਨਾਲ ਨਾਲ ਆਪਾਂ ਸੇਵਿੰਗ ਸਿਖਾਉਂਦੇ ਹਾਂ ਉਹਨਾਂ ਦੀ ਏਜ ਦੇ ਮੁਤਾਬਿਕ, ਤਾਂ ਕਿ ਉਹ ਜੋ ਉਹਨਾਂ ਦੀ ਲੋੜਵੰਦ ਚੀਜ਼ਾਂ ਉਹਨਾਂ ਨੂੰ ਸਕੂਲ ਵੇਲੇ ਜਾਂ ਮੁੜ ਕੇ ਜੇ ਈਵਨ ਕਿ ਸਮਾਲ ਟੋਏ ਨਵਾਂ ਲੈਣਾ ਉਹਦੇ ਵਾਸਤੇ ਐਜੂਕੇਟ ਕਰਨਾ ਜ਼ਰੂਰੀ ਆ। ਆਈ ਥਿੰਕ ਬਹੁਤ ਅੱਛੀਆਂ ਟਿਪਸ ਤੁਸੀਂ ਸ਼ੇਅਰ ਕੀਤੀਆਂ ਨੇ ਸੋਨੀਆ। ਐਨੀਥਿੰਗ ਇਨ ਕਲੋਜ਼ਿੰਗ? ਮੈਂ ਇਹ ਕਹਾਂਗੀ ਇਸ ਸਰਵੇ ਦੇ ਰਾਹੀਂ ਜੋ ਸਾਹਮਣੇ ਆਇਆ ਉਹ ਸੀਗਾ ਕਿ ਪੇਰੈਂਟਸ ਵਰੀ ਕਰਦੇ ਨੇ ਆਪਣੇ ਬੱਚਿਆਂ ਬਾਰੇ, ਪਰ ਉਹ ਇਹ ਵੀ ਜਾਣਦੇ ਨੇ ਕਿ ਸਰਵੇ ਦੇ ਅਕੋਰਡਿੰਗ ਉਹ ਕਹਿੰਦੇ ਨੇ ਕਿ ਹਾਂਜੀ ਜੇ ਅਸੀਂ ਆਪਣੇ ਬੱਚਿਆਂ ਨੂੰ ਏਜ ਅਪਰੋਪਰੀਏਟ ਕੁਛ ਨੌਲੇਜ ਦੇ ਸਕੀਏ ਉਹ ਬਹੁਤ ਫਾਇਦੇਮੰਦ ਹੋਊਗੀ ਉਹਨਾਂ ਵਾਸਤੇ। ਸੋ ਮੈਂ ਇਹੀ ਕਹਾਂਗੀ ਸਾਡੇ ਫਾਈਨੈਂਸ਼ੀਅਲ ਐਡਵਾਈਜ਼ਰ, ਸਾਡੇ ਪਰਸਨਲ ਬੈਂਕਰ ਤੁਹਾਡੇ ਵਾਸਤੇ ਰੈਡੀ ਨੇ। ਤੁਸੀਂ ਬ੍ਰਾਂਚ ਵਿੱਚ ਆਓ, ਤੁਸੀਂ ਜਦੋਂ ਆਪਣੇ ਖਾਤੇ ਵਿੱਚ ਕੁਝ ਪਾਉਣ ਆਉਂਦੇ ਹੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ, ਉਹਨਾਂ ਨੂੰ ਸਿਖਾਈਏ। ਅਸੀਂ ਤੁਹਾਡੇ ਨਾਲ ਬਹਿ ਕੇ ਉਹਨਾਂ ਨੂੰ ਇਹ ਫਾਈਨੈਂਸ਼ੀਅਲ ਜਿਹੜੀ ਐਜੂਕੇਸ਼ਨ ਦੇਣ ਨੂੰ, ਲਿਟਰੇਸੀ ਦੇਣ ਨੂੰ ਰਾਜੀ ਹੈਗੇ ਆ ਅਤੇ ਰੈਡੀ ਹੈਗੇ ਆ। ਜੀ, ਥੈਂਕ ਯੂ ਸੋ ਮਚ ਸੋਨੀਆ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਸ਼ੇਅਰ ਕੀਤੀ, ਔਰ ਮੈਨੂੰ ਉਮੀਦ ਹੈ ਵੀ ਜਿਹੜਾ ਆਪਾਂ ਇੱਕ ਫਾਈਨੈਂਸ਼ੀਅਲ ਅਵੇਅਰਨੈਸ ਜਿਹੜਾ ਇਹ ਸਰਵੇ ਆਇਆ ਸੀ TD ਦਾ, ਜਿਹਦੇ 'ਚ ਇਹ ਦੱਸਿਆ ਗਿਆ ਕਿ ਪੇਰੈਂਟਸ ਚਿੰਤਤ ਹੈਗੇ ਆ, ਕੁਛ ਉਹਨਾਂ ਦੀ ਚਿੰਤਾ ਅਸੀਂ ਦੂਰ ਕਰ ਸਕੇ ਹੋਵਾਂਗੇ ਅੱਜ, ਕਿ ਬੱਚਿਆਂ ਦਾ ਅਕਾਊਂਟ ਖੋਲ੍ਹਣਾ, ਬੱਚਿਆਂ ਦੇ ਨਾਲ ਫਾਈਨੈਂਸਿਸ ਬਾਰੇ ਗੱਲ ਕਰਨੀ, ਏਜ ਐਪਰੋਪਰੀਏਟ ਗੱਲ ਕਰਨੀ ਕੋਈ ਮਾੜੀ ਗੱਲ ਨਹੀਂ ਹੈ। ਸੋ ਇਹ ਜਿਹੜੀ ਆਪਾਂ ਸੋਚਦੇ ਹਾਂ ਨਾ ਕਿ ਬੱਚਿਆਂ ਦੇ ਨਾਲ ਗੱਲ ਹੀ ਨਾ ਕੀਤੀ ਜਾਏ,
ਉਸ ਚੀਜ਼ ਨੂੰ ਥੋੜਾ ਜਿਹਾ ਪਿੱਛੇ ਰੱਖ ਕੇ ਏਜ ਐਪਰੋਪ੍ਰੀਏਟ ਗੱਲਬਾਤ ਜੇ ਆਪਾਂ ਫਾਈਨੈਂਸਿਸ ਦੀ ਆਪਣੇ ਘਰ ਦੇ ਵਿੱਚ ਕਰਾਂਗੇ, ਉਹ ਬੱਚਿਆਂ ਲਈ ਬੈਨੀਫਿਟ ਵੀ ਹੋਏਗੀ, ਜਿੱਥੇ ਉਹਦੇ ਨਾਲ ਨਾਲ ਉਹਨਾਂ ਦੇ ਫਿਊਚਰ ਨੂੰ ਵੀ ਸਿਕਿਉਰ ਕਰਨ ਦੇ ਵਿੱਚ ਸਹਾਈ ਹੋ ਸਕਦੀ ਹੈ। ਸੋਨੀਆ, ਥੈਂਕ ਯੂ ਸੋ ਮਚ ਫॉर योर ਟਾਈਮ। ਨਹੀਂ, ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਬੁਲਾਉਣ ਵਾਸਤੇ, ਜੈਸਮੀਨ। ਥੈਂਕ ਯੂ।